ਉਸ ਤੋਂ ਬਾਅਦ PU SU ਆਇਆ, ਫਿਰ ਇੱਕ ਲੰਬਾ ਦੌਰ 84 ਤੋਂ ਲੈ ਕੇ ਲੇਟ 90s ਤੱਕ ਇਲੈਕਸ਼ਨ ਬੰਦ ਰਹੇ। ਉਸ ਦੌਰਾਨ ਪੰਜਾਬ ਯੂਨੀਵਰਸਿਟੀ ਹੀ ਉਹਦਾ ਦਬਦਬਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਅੱਤਵਾਦ ਖਾੜਕੂਵਾਦ ਰਿਹਾ। ਸੋ ਯੂਨੀਵਰਸਿਟੀ ਦੇ ਇਲੈਕਸ਼ਨ ਬੰਦ ਕਰਤੇ ਕਿ ਪੰਜਾਬ ਹਰਿਆਣਾ ਦੇ ਵਿੱਚ ਈਵਨ ਅੱਜ ਤੱਕ ਬੰਦ ਨੇ, ਜਿੱਥੇ ਕਿ ਜਦੋਂ ਪੋਲੀਟੀਕਲ ਪਾਰਟੀਆਂ ਹਾਵੀ ਹੋਈਆਂ ਨੇ ਸਟੂਡੈਂਟਸ ਦੀ ਰਾਜਨੀਤੀ ਉੱਤੇ, ਉਸ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਇੱਕ ਅਨਫੋਰਚੂਨੇਟ ਹੈ ਕਿ ਰਾਜਸੀ ਪਾਰਟੀਆਂ ਤੇ ਖਾਸ ਕਰਕੇ ਸੱਤਾ ਦੇ ਵਿੱਚ ਜਦੋਂ ਪੰਜਾਬ ਦੀ ਕੋਈ ਪਾਰਟੀ ਆਂਦੀ ਹੈ ਜਿਹੜੀ ਸੱਤਾ 'ਚ ਹੁੰਦੀ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ PU ਕੈਂਪਸ ਦੇ ਉੱਤੇ ਆਪਣੀ ਜਿੱਤ ਹਾਸਲ ਕਰਵਾਈਏ ਆਪਣੀ ਸਟੂਡੈਂਟ ਵਿੰਗ ਨੂੰ। ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ ਸੀ ਪੰਜਾਬ ਦੇ ਵਿੱਚ, ਵਿਚ ਵਾਸ ਦ ਟ੍ਰਿਗਰ ਪੁਆਇੰਟ ਫॉर ਸਿੱਧੂ ਮੂਸੇਵਾਲਾ's killing। ਸੋ ਵਿੱਕੀ ਮਿੱਡੂ ਖੇੜਾ, ਲਾਰੈਂਸ ਬਿਸ਼ਨੋਈ, ਜਿੰਨੇ ਵੀ ਕ੍ਰਿਮੀਨਲ ਗੈਂਗਸਟਰਸ ਹੁਣ ਇਸ ਵਕਤ ਬੜੇ ਵੱਡੇ ਸਰਗਨਾ ਹੈਗੇ ਨੇ, ਦੇ ਹੈਵ ਬੀਨ ਇਹ ਸੋਪੂ ਦੇ ਸਟੂਡੈਂਟ ਸੀ। ਮੈਂ ਇਹ ਨਹੀਂ ਕਹਿੰਦਾ ਕਿ ਚਲੋ ਅਕਾਲੀ ਦਲ ਵਾਜ਼ ਰਿਸਪੌਂਸਿਬਲ ਫॉर ਕ੍ਰੀਏਟਿੰਗ ਲਾਰੈਂਸ ਬਿਸ਼ਨੋਈ, ਬਟ ਲੱਕੀ ਪਟਿਆਲ ਦੇ ਟਰਨਡ ਆਊਟ ਟੂ ਬੀ ਗੈਂਗਸਟਰਸ। ਬਾਅਦ ਦੇ ਵਿੱਚ ਵਿੱਕੀ ਮਿੱਡੂ ਖੇੜਾ ਜਿਸ ਨੂੰ ਮਾਰਨ ਪਿੱਛੇ, ਜਿਸ ਦੇ ਕਤਲ ਪਿੱਛੇ ਇੱਕ ਵੱਡਾ ਰੀਜ਼ਨ ਇਹ ਮੰਨਿਆ ਗਿਆ ਕਿ ਉਸ ਦੀ ਜਿਹੜੀ ਖੁੰਦਕ ਵਿੱਕੀ ਮਿੱਡੂ ਖੇੜਾ ਦੇ ਨਾਲ ਲੱਕੀ ਪਟਿਆਲ ਦੀ ਸੀ, ਉਹ ਇਹ ਸੀ ਕਿ ਮੈਨੂੰ ਧੱਕੇ ਦੇ ਨਾਲ ਅਕਾਲੀ ਦਲ 'ਚ ਸ਼ਾਮਲ ਕਰਾਇਆ ਗਿਆ ਸੀ। ਠੀਕ ਹੈ ਨਾ। ਹੁਣ ਤਾਂ ਪੋਲੀਟੀਕਲ ਪਾਰਟੀਆਂ ਆ ਗਈਆਂ, ਪੋਲੀਟੀਕਲ ਪਾਰਟੀ ਤਾਂ BJP ਹੋਏਗੀ ਉਹ ABVP ਨੂੰ ਸਪੋਰਟ ਦੇਗੀ, ਕਾਂਗਰਸ ਹੋਏਗੀ ਉਹ NSUI ਨੂੰ ਦੇਗੀ, ਅਕਾਲੀ ਦਲ ਨੇ SY ਖੜਾ ਕਰ ਲਿਆ। ਤਾਂ ਸਾਰੀ ਪੋਲੀਟੀਕਲ ਪਾਰਟੀਆਂ ਖੁਦ ਹੀ ਆ ਚੁੱਕੀਆਂ ਨੇ ਛਾਤਰ ਵਿਦਿਆਰਥੀ ਰਾਜਨੀਤੀ ਦੇ ਵਿੱਚ। ਲੇਕਿਨ ਖੈਰ ਮੈਂ ਤਾਂ ਖੈਰ ਇਸ ਚੀਜ਼ ਦਾ ਹਿਮਾਇਤੀ ਰਿਹਾ ਕਿ ਸਟੂਡੈਂਟ ਪੋਲਿਟਿਕਸ ਇਜ਼ ਅ ਹੈਲਥੀ ਥਿੰਗ, ਇਟ ਸ਼ੁੱਡ ਬੀ ਦੇਅਰ। लेकिन इंटरफेरेंस ਜਿਹੜੀ पॉलिटिकल पार्टियां खास करके ਜਿਹੜੀ सत्ताधारी ਧਿਰ है उसको बंद करनी चाहिए। नमस्कार, आदाब, सत श्री अकाल। इस खास प्रोग्राम में एक बार फिर से मैं बंदेमुख शर्मा आप सबका स्वागत करता हूं। पंजाब यूनिवर्सिटी स्टूडेंट्स यूनियन के इलेक्शंस हो चुके हैं, उसके नतीजे भी आ चुके हैं, जिसमें प्रेसिडेंट पोस्ट पर NSUI की फतेह हुई है। जीतने के बाद जो कैंडिडेट हैं जतिंदर सिंह, उन्होंने ये कहा कि मोहब्बत की दुकान एक बार फिर से पंजाब यूनिवर्सिटी में खुल गई है। इसमें जो आम आदमी पार्टी का स्टूडेंट्स विंग है CYSS, उनके कैंडिडेट सेकंड आए हैं, लेकिन गौर करने लायक बात ये भी है कि ABVP के कैंडिडेट्स तीसरे नंबर पे आए हैं। क्या इसका इम्प्लीकेशन होगा, पंजाब की सियासत पे इसका असर क्या होगा, स्टूडेंट्स पॉलिटिक्स पे इसका क्या असर होगा, इस बारे में बड़े तफसील में बात करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। थैंक यू मनी जी। दुकान खुल गई मोहब्बत की, लेकिन ABVP आई है तीसरे नंबर पे। क्या लग रहा है, क्या होने वाला है, क्या ये कोई अंदेशा दे रहा है आपको? नहीं, देखो पंजाब यूनिवर्सिटी का जो इलेक्शन है ना, उन्होंने बड़े डिफरेंटली लैन की लोड़ है। इट इज़ क्वाइट अनलाइक अ JNU और अ DU इलेक्शन। जिवें जवाहरलाल नेहरू यूनिवर्सिटी या दिल्ली यूनिवर्सिटी के तुसीं इलेक्शन देखे ने, स्टूडेंट काउंसल्स के जिहड़े इलेक्शन होंदे ने। सो पंजाब यूनिवर्सिटी की राजनीति बिल्कुल डिफरेंट है। लेकिन हुण NSUI का जितना या फिर आम आदमी पार्टी का जिहड़ा स्टूडेंट विंग है, छात्र युवा संघर्ष समिति CYSS का हारना ਤੇ ABP ਦਾ ਤੀਸਰੇ ਨੰਬਰ ਤੇ ਆਣਾ, ਮੈਨੂੰ ਇਸ 'ਚ ਇੱਕ ਕਲੀਅਰ ਟ੍ਰੈਂਡ ਨਜ਼ਰ ਆ ਰਿਹਾ ਕਿ ਜਿਹੜੀ ਸਿਆਸੀ ਪਾਰਟੀਆਂ, ਰਾਜਨੀਤਿਕ ਪਾਰਟੀਆਂ, ਉਹ ਸਟੂਡੈਂਟ ਕਾਉਂਸਲ ਇਲੈਕਸ਼ਨਸ ਦੇ ਵਿੱਚ ਆਪਣਾ ਮਾਰਕਾ ਪਹਿਲਾਂ ਵੀ ਬਣਿਆ ਹੋਇਆ ਹੋਰ ਯੂਨੀਵਰਸਿਟੀ ਦੇ ਵਿੱਚ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ। ਤੇ ਜਿਹੜੀਆਂ ਰਵਾਇਤੀ ਪਾਰਟੀਆਂ ਜੋ ਕਿ ਸਟੂਡੈਂਟਸ ਪਿਓਰਲੀ ਸਟੂਡੈਂਟ ਬੋਡੀਜ਼ ਜਿਨ੍ਹਾਂ ਨੂੰ ਅਸੀਂ ਮੰਨਦੇ ਸੀ, ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ, ਪੂਸੂ, ਸੋਪੂ, ਇਹ ਜਿਹੜੀਆਂ ਪਾਰਟੀਆਂ ਪਿੱਛੇ ਹਟ ਗਈਆਂ ਨੇ। SY ਵੀ ਈਵਨ ਕਈ ਕਾਲਜਸ ਦੇ ਵਿੱਚ SY ਦੇ ਵੀ ਕੁਝ ਜਿਹੜੇ ਕੈਂਡੀਡੇਟਸ ਜਿੱਤੇ ਨੇ ਚੰਡੀਗੜ੍ਹ ਦੇ ਜਿਹੜੇ ਕਾਲਜਸ 'ਚ ਹੁੰਦੇ ਨੇ। ਸੋ ਮੋਟੀ ਜੀ ਗੱਲ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਸਟੂਡੈਂਟ ਵਿੰਗ ਹਾਵੀ ਹੋ ਰਹੇ ਨੇ ਛਾਤਰ ਰਾਜਨੀਤੀ ਦੇ ਉੱਤੇ, ਤੇ ਉਹ ਜਿਹੜੀਆਂ ਨਿਰੋਲ ਵਿਦਿਆਰਥੀ ਜਥੇਬੰਦੀਆਂ ਸੀ ਉਹ ਕਿਤੇ ਨਾ ਕਿਤੇ ਸਾਈਡ ਤੇ ਹੋ ਗਈਆਂ, ਜਿਨ੍ਹਾਂ ਦੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪਿਛਲੇ ਤਕਰੀਬਨ 25-30 ਸਾਲਾਂ ਤੋਂ, ਇਨਫੈਕਟ 4 ਡੈਕੇਡਸ, ਲੇਟ 80s ਲੇਟ 70s ਦੇ ਵੀ ਸ਼ੁਰੂਆਤ ਹੁੰਦੀ ਹੈ। ਪੰਜਾਬ ਸਟੂਡੈਂਟਸ ਯੂਨੀਅਨ ਆਉਂਦੀ ਹੈ, ਉਸ ਤੋਂ ਬਾਅਦ PU SU ਆਇਆ, ਫਿਰ ਇੱਕ ਲੰਬਾ ਦੌਰ 84 ਤੋਂ ਲੈ ਕੇ ਲੇਟ 90s ਤੱਕ ਇਲੈਕਸ਼ਨ ਬੰਦ ਰਹੇ। ਉਸ ਦੌਰਾਨ ਪੰਜਾਬ ਯੂਨੀਵਰਸਿਟੀ ਹੀ ਉਹਦਾ ਦਬਦਬਾ ਰਿਹਾ, ਕਿਉਂਕਿ ਪੰਜਾਬ ਦੇ ਵਿੱਚ ਅੱਤਵਾਦ ਖਾੜਕੂਵਾਦ ਰਿਹਾ। ਸੋ ਯੂਨੀਵਰਸਿਟੀ ਦੇ ਇਲੈਕਸ਼ਨ ਬੰਦ ਕਰਤੇ ਕਿ ਪੰਜਾਬ ਹਰਿਆਣਾ ਦੇ ਵਿੱਚ ਈਵਨ ਅੱਜ ਤੱਕ ਬੰਦ ਨੇ। ਓਨਲੀ ਚੰਡੀਗੜ੍ਹ ਦਾ ਪੰਜਾਬ ਯੂਨੀਵਰਸਿਟੀ ਦਾ ਕੈਂਪਸ ਹੈ ਜਿੱਥੇ ਕਿ ਸਟੂਡੈਂਟ ਕਾਉਂਸਲ ਦਾ ਇਲੈਕਸ਼ਨ ਹੁੰਦਾ ਹੈ, ਜਾਂ ਫਿਰ ਉਸ ਦੇ ਨਾਲ ਐਫੀਲੀਏਟਡ ਕੁਝ ਕਾਲਜਸ ਨੇ। ਸੋ ਦੋਹੇ ਰਾਜਾਂ ਦੇ ਵਿੱਚ ਦੇਰ ਆਰ ਨੋ ਇਲੈਕਸ਼ਨਸ ਐਜ਼ ਆਫ ਨਾਓ। ਸੋ ਜਿਹੜਾ ਵੱਡਾ ਕੁਐਸਚਨ ਇਸ ਵਕਤ ਸਾਹਮਣੇ ਆਉਂਦਾ ਹੈ ਕਿ ਜਿਹੜੇ ਪਿਓਰਲੀ ਸਟੂਡੈਂਟ ਆਰਗੇਨਾਈਜੇਸ਼ਨ ਸੀ ਉਹ ਦੇ ਹੈਵ ਬੀਨ ਰੈਲੀਗੇਟਡ ਬੈਕ। ਹਾਲਾਂਕਿ ਮੈਂ ਨਹੀਂ ਕਹਿ ਸਕਦਾ ਕਿ ਇੱਕ ਪਰਮਾਨੈਂਟ ਟ੍ਰੈਂਡ ਹੈ, ਰੁਝਾਨ ਹੈ, ਲੇਕਿਨ ਸਾਡੀ ਪੋਲੀਟੀਕਲ ਪਾਰਟੀਆਂ ਦਾ ਜਿਹੜਾ ਇੱਕ ਕੰਟਰੋਲ ਹੈ, ਜਾਂ ਕਹਿ ਲਈਏ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਸਟੂਡੈਂਟ ਆਰਗੇਨਾਈਜੇਸ਼ਨਸ ਦੇ ਉੱਤੇ ਹਾਵੀ ਹੋਣ ਜਾਂ ਫਿਰ ਆਪਣੇ ਸਟੂਡੈਂਟ ਵਿੰਗਸ ਨੂੰ ਮਜ਼ਬੂਤ ਕਰਨ, ਉਹਦੀ ਕਿਤੇ ਨਾ ਕਿਤੇ ਇੱਥੇ ਜਿਹੜੀ ਜਿੱਤ ਹੁੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਨੂੰ ਕਿ ਮੈਂ ਇੱਕ ਮਿਕਸਡ ਬੈਗ ਆਫ ਅੰਡਰਸਟੈਂਡਿੰਗ ਦੇ ਨਾਲ ਲੈਣਾ। ਕੁਛ ਹੱਦ ਤੱਕ
ਇਹ ਠੀਕ ਵੀ ਕਿਹਾ ਜਾ ਸਕਦਾ ਹੈ ਲੇਕਿਨ ਕੁਝ ਹੱਦ ਤੱਕ ਇਹ ਗਲਤ ਵੀ ਹੈ ਕਿਉਂਕਿ ਸਾਡੇ ਕੋਲ ਬਹੁਤ ਹੀ ਅਨਫੋਰਚੂਨੇਟ ਐਗਜ਼ਾਮਪਲਸ ਪੰਜਾਬ ਯੂਨੀਵਰਸਿਟੀ ਦੇ ਕੰਟੈਕਸਟ ਵਿੱਚ ਰਹੇ ਨੇ ਜਿੱਥੇ ਕਿ ਜਦੋਂ ਪੋਲੀਟੀਕਲ ਪਾਰਟੀਆਂ ਹਾਵੀ ਹੋਈਆਂ ਨੇ ਸਟੂਡੈਂਟਸ ਦੀ ਰਾਜਨੀਤੀ ਉੱਤੇ ਉਸ ਦਾ ਨੁਕਸਾਨ ਜ਼ਿਆਦਾ ਹੋਇਆ ਹੈ। ਹਾਲਾਂਕਿ NSUI ਇੱਕ ਐਸਟੈਬਲਿਸ਼ਡ ਸਟੂਡੈਂਟ ਵਿੰਗ ਹੈ, ਸੋ NSUI ਦਾ ਇੱਕ ਚੰਗਾ ਬੇਸ ਹੈ, ਆਧਾਰ ਹੈ, ਈਵਨ ABP ਫॉर दैट मैटर। लेकिन ये ਜਿਹੜੀਆਂ स्टूडेंट विंग्स ने दे आर नथिंग मोर दैन ओनली द रिफ्लैक्शन और द शैडोज ऑफ देयर मेन स्ट्रीम पोलिटिकल पार्टी। सो आ ਜਿਹੜੀ ਹੁਣ ਗੱਲ ਕਰ ਰਹੇ ਨੇ ਮੁਹੱਬਤ ਯਾਤਰਾ, ਤੁਸੀਂ ਨੋਮਨਕਲੇਚਰ ਵੇਖੋ ਵੀ ਉਸ ਨੂੰ ਵੀ ਆਪਣੀ ਨੈਸ਼ਨਲ ਪਾਰਟੀ ਦੀ ਜਿਹੜੀ ਸੋਚ ਹੈ ਉਸ ਦੇ ਨਾਲ ਹੀ ਤੁਸੀਂ ਅਲਾਈਨ ਕਰ ਰਹੇ ਹੋ, ਜਦ ਕਿ ਉਹਨਾਂ ਗੱਲਾਂ ਬਾਤਾਂ ਦਾ ਸਟੂਡੈਂਟ ਪੋਲਿਟਿਕਸ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਹੁੰਦਾ ਨਹੀਂ ਹੈ ਕਿਉਂਕਿ ਜੇ ਸਟੂਡੈਂਟ ਪੋਲਿਟਿਕਸ ਮੇਨ ਸਟਰੀਮ ਪੋਲਿਟਿਕਸ ਤੋਂ ਅਲੱਗ ਨਹੀਂ ਹੋਏਗੀ ਤਾਂ ਫਿਰ ਉਹਦੇ ਆਪਣੀ ਕੋਈ ਰੈਲੇਵੈਂਸ ਬਚਦੀ ਨਹੀਂ ਹੈ। ਬਹੁਤ ਸਿੰਪਲ, ਬੜੇ ਸਿੱਧੇ ਸਧਾਰਨ ਜੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਤਾਂ ਵੈਸੇ ਬੜੇ ਨਾਰਮਲ ਜਿਹੇ ਲੈਵਲ ਦੇ ਇਸ਼ੂਜ਼ ਹੈਗੇ ਨੇ, ਇਹਨਾਂ ਦੇ ਕੋਈ ਕੈਂਪਸ ਤੋਂ ਬਾਹਰਲੇ ਇਸ਼ੂਜ਼ ਨਹੀਂ ਹੈਗੇ ਨੇ। ਸਟੂਡੈਂਟ ਦੀ ਫੀਸ ਨੂੰ ਲੈ ਕੇ, ਫੈਸਿਲਿਟੀਜ਼ ਨੂੰ ਲੈ ਕੇ ਉਸ ਤਰੀਕੇ ਦੇ ਇਸ਼ੂਜ਼ ਦੀ ਰਾਜਨੀਤੀ ਹੈ, ਬਟ ਇੱਕ ਸਿੰਬੋਲਿਕ ਹੋ ਜਾਂਦੀ, ਇੱਕ ਪ੍ਰੈਸਟੀਜ ਦਾ ਇਸ਼ੂ ਹੋ ਜਾਂਦਾ ਹੈ। ਜਿਵੇਂ JNU ਦਾ ਇਲੈਕਸ਼ਨ ਹੈ ਜਾਂ DU ਦਾ ਇਲੈਕਸ਼ਨ ਹੈ, ਉਵੇਂ ਪੋਲੀਟੀਕਲ ਪਾਰਟੀਆਂ ਲਈ ਇੱਕ ਸਾਖ ਦਾ ਵਿਸ਼ਾ ਹੋ ਜਾਂਦਾ ਹੈ ਕਿ ਨਹੀਂ ਜੀ ਅਸੀਂ ਆਪਣੀ ਸਟੂਡੈਂਟ ਵਿੰਗ ਨੂੰ ਅੱਗੇ ਬੋਰੀ ਕਰਨਾ, ਜਿਤਵਾਉਣਾ ਹੈ। ਸੋ NSUI ਨੇ ਜਿੱਤ ਹਾਸਲ ਕੀਤੀ, ABVP ਹਾਸਲ ਕਰਦੀ ਰਹੀ ਹੈ। ਕੋਈ ਸਮਾਂ ਐਸਾ ਆਇਆ ਸੀ ਜਦੋਂ ਅਕਾਲੀ ਦਲ ਦੀ ਜਦ ਸਰਕਾਰ ਸੀ, SOI ਦੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜੀ ਸੀ, ਉਸ ਵਕਤ ਉਹਨਾਂ ਨੇ ਆਪਣੀ ਯੂਥ ਜਥੇਬੰਦੀ ਜਾਂ ਸਟੂਡੈਂਟ ਜਥੇਬੰਦੀ ਖੜੀ ਕੀਤੀ ਤੇ ਉਹਨੂੰ ਜਿਤਵਾਉਂਦੇ ਰਹੇ, ਠੀਕ ਹੈ ਨਾ। ਉਹਨਾਂ ਦਾ ਵੀ ਪੂਰਾ ਜ਼ੋਰ ਲੱਗਾ ਹੋਇਆ। CYSS ਜਿਹੜਾ ਆਮ ਆਦਮੀ ਪਾਰਟੀ ਦਾ ਵਿੰਗ ਹੈ, ਉਸ ਦਾ ਕਿੱਡਾ ਜ਼ੋਰ ਲੱਗਿਆ। ਇਸ ਵਾਰ ਵੀ ਇਲੈਕਸ਼ਨ ਦੇ ਵਿੱਚ ਇੰਟਰਫੇਰੈਂਸ ਦੇ ਇਲਜ਼ਾਮ ਲੱਗੇ। ਕੁਝ ਜਿਹੜੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਵਿਧਾਇਕ ਸੀ ਜਾਂ ਈਵਨ ਉਹਨਾਂ ਦੇ ਮਿਨਿਸਟਰ ਸੀ, ਉਹਨਾਂ ਦੀ ਇਨਵੋਲਵਮੈਂਟ ਜਾਂ ਉਸ ਕੈਂਪਸ ਦੇ ਵਿੱਚ, ਕੋਈ ਪਿਛਲੀ ਵਾਰ ਉਹ ਜਿੱਤ ਹਾਸਲ ਕੀਤੀ ਸੀ CYSS ਨੇ, ਸੋ ਉਹਨਾਂ ਨੂੰ ਇਹ ਸੀ ਵੀ ਅਸੀਂ ਜਿਤਵਾਈਏ ਪੰਜਾਬ ਯੂਨੀਵਰਸਿਟੀ ਦੇ ਵਿੱਚ। ਸੋ ਇੱਕ ਅਨਫੋਰਚੂਨੇਟ ਹੈ ਕਿ ਰਾਜਸੀ ਪਾਰਟੀਆਂ ਤੇ ਖਾਸ ਕਰਕੇ ਸੱਤਾ ਦੇ ਵਿੱਚ ਜਦੋਂ ਪੰਜਾਬ ਦੀ ਕੋਈ ਪਾਰਟੀ ਆਂਦੀ ਹੈ ਜਿਹੜੀ ਸੱਤਾ 'ਚ ਹੁੰਦੀ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ PU ਕੈਂਪਸ ਦੇ ਉੱਤੇ ਆਪਣੀ ਜਿੱਤ ਹਾਸਲ ਕਰਵਾਈਏ ਆਪਣੀ ਸਟੂਡੈਂਟ ਵਿੰਗ ਨੂੰ, ਵਿਚ ਇਜ਼ ਅ ਸੈਂਸਲੈਸ ਕਾਈਂਡ ਆਫ ਮਤਲਬ ਮੇਰੇ ਹਿਸਾਬ ਨਾਲ ਤਾਂ ਮੈਨੂੰ ਉਹਦੀ ਸਮਝ ਹੀ ਨਹੀਂ ਆਉਂਦੀ ਵੀ ਉਹ ਕਿਉਂ ਪੰਜਾਬ ਯੂਨੀਵਰਸਿਟੀ ਜੋ ਕਿ ਚੰਡੀਗੜ੍ਹ ਦੇ ਵਿੱਚ ਹੈ, ਉਹਦੇ ਵਿੱਚ ਤੁਸੀਂ ਆਪਣੇ ਸਟੂਡੈਂਟ ਵਿੰਗ ਨੂੰ ਜਿਤਵਾ ਕੇ ਕੀ ਸਥਾਪਿਤ ਕਰਨਾ ਚਾਹੁੰਦੇ ਹੋ? ਤੁਸੀਂ ਆਲਰੇਡੀ ਪੰਜਾਬ ਜਿੱਤ ਚੁੱਕੇ ਹੋ। ਸੋ ਇਹ ਇੱਕ ਅਨਫੋਰਚੂਨੇਟ ਜੀ ਗੱਲ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਰਹੀ ਜਾਂ ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਨੇ ਕਿ ਸਾਡੀਆਂ ਸਟੂਡੈਂਟ ਵਿੰਗਸ ਅੱਗੇ ਜਿੱਤਣ। ਸੋ ਇੱਕ ਪੋਲਿਟਿਕਸ ਡਿਫਰੈਂਟ ਹੈ। ਪੰਜਾਬ ਯੂਨੀਵਰਸਿਟੀ ਦਾ ਕੋਈ ਉਹੋ ਜਿਹੇ ਰੈਪਰਕਸ਼ਨਸ ਨਹੀਂ, ਜਿਵੇਂ ਇੰਪਲੀਕੇਸ਼ਨਸ ਇਹੋ ਜਿਹੀਆਂ ਨਹੀਂ ਜਿਵੇਂ ਕਿ ਸ਼ਾਇਦ ਤੁਸੀਂ JNU ਦੇ ਰਿਜ਼ਲਟਸ 'ਚੋਂ ਭਾਲਦੇ ਹੋ ਵੀ ਯਾਰ ਕੀ ਹਵਾ ਕਿਸ ਪਾਸੇ ਦੀ ਹੈ, ਰੁਖ ਕਿਸ ਪਾਸੇ ਦਾ ਹੈ। ਸੋ ਇਟਸ ਨਾਟ ਦੈਟ। ਜਿੱਤ ਵੀ ਤੁਸੀਂ ਦੇਖੀਏ ਕਿ ਇੱਕ ਬੜਾ ਨੈਰੋ ਮਾਰਜਨ ਜਿਹਾ ਰਹਿੰਦਾ ਹੈ, ਕੁਝ ਸੈਂਕੜਾਂ ਤੋਂ ਜਿੱਤ ਹੋ ਗਈ, ਹਾਰ ਹੋ ਗਈ, ਤੇ ਉਹਦੇ 'ਚ ਪਰਮੂਟੇਸ਼ਨ ਕੰਬੀਨੇਸ਼ਨ ਬੜੇ ਵੱਖਰੇ ਕਿਸਮ ਦੇ ਹੈ। ਕੋਈ ਵੇਵ ਨਹੀਂ ਹੁੰਦੀ, ਕੋਈ ਇਸ਼ੂਜ਼ ਨਹੀਂ ਹੁੰਦੇ। ਵੀ ਤੁਸੀਂ ਕਹਿ ਰਹੇ ਹੋ ਵੀ ਇਸ ਵਕਤ ਕੋਈ ਭਾਰਤ ਦੇ ਕਿਸੇ ਸੈਂਟਰਲ ਇਸ਼ੂ 'ਤੇ ਚਰਚਾ ਹੋ ਰਹੀ ਹੈ ਜਾਂ ਯੂਨੀਵਰਸਿਟੀ ਦੇ ਕੋਈ ਡੋਮੀਨੈਂਸ ਹੈ, ਬਸ ਇੱਕ ਚੌਧਰ ਦੀ ਲੜਾਈ ਹੈ, ਬਸ ਜਿੱਤਣੀ ਤਾਂ ਜਿੱਤਣੀ ਹੈ, ਅਸੀਂ ਬਸ ਆਪਣੀ ਪਾਰਟੀ ਨੂੰ, ਆਪਣੇ ਸਟੂਡੈਂਟ ਵਿੰਗ ਨੂੰ ਜਿਤਵਾਉਣਾ ਹੈ। ਸੋ ਪੋਲੀਟੀਕਲ ਪਾਰਟੀਆਂ ਦਾ ਜ਼ੋਰ ਇੱਥੇ ਲੱਗਿਆ ਹੁੰਦਾ ਹੈ ਤੇ ਸਟੂਡੈਂਟ ਵਿਚਾਰੇ ਤੁਰੀ ਜਾਂਦੇ ਨੇ ਨਾਲ, ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਫਿਊਚਰ ਹੈ, ਕਿੱਥੇ ਜਾਣਾ ਹੈ, ਕੀ ਕਰਨਾ ਹੈ। ਸੋ ਦੇ ਹੈਵ ਦੇਅਰ ਓਨ ਲਿਮਿਟਿਡ ਅੰਡਰਸਟੈਂਡਿੰਗ। ਸੋ ਚੱਲੀ ਜਾ ਰਿਹਾ ਪੰਜਾਬ यूनिवर्सिटी ਦੇ ਵਿੱਚ। ਮੈਨੂੰ कुछ ਇਹਦੇ ਸਮੂਹ ਸਿਰ पैर इतना नज़र नहीं आता इस राजनीति का। अब जैसे देखिए JNU का तो इलेक्शन बहुत ही अलग होता है क्योंकि वहाँ पे जो निकल के आते हैं रुझान, काफ़ी टाइम से लेफ़्ट पार्टीज ही जीत रही हैं। लेफ़्ट यूनिटी करके जो उन लोगों ने एक प्लेटफॉर्म पे वो सारे पार्टीज आ गए, आयसा हो गया, AISF हो गया, SFI हो गया, लेकिन उनका जो है नेशनल पॉलिटिक्स के साथ कोई लेना देना नहीं होता है, खास करके JNU में। लेकिन दिल्ली यूनिवर्सिटी इलेक्शंस में वो दिखता है कि जो ABVP है वो जीत रहे हैं। NSUI जब कांग्रेस पार्टी थी पावर में तब NSUI ज़्यादा जीत रहे थे। आपने भी जैसे SOI का जिक्र किया, जब अकाली दल की सरकार थी उनका बोलबाला था। पिछली बार आम आदमी पार्टी की सरकार बनी, CYSS का कैंडिडेट जीत गया, हालांकि वो एक टर्न कोट कैंडिडेट था, वो ABVP से गया था जंप करके। लेकिन जो आमतौर पे देखा जाता है कि जो पार्टी स्टेट में पावर में है उसका ही स्टूडेंट विंग बड़े यूनिवर्सिटीज़ में जीतते हैं। कोशिश होती है पूरी जितवा दी। इस बार वो नहीं होया, इस बार नहीं हुआ है क्योंकि कांग्रेस नहीं है पावर में। तो ये आपको अलग नहीं लग रहा है? मतलब क्या ये कोई एक इंडिकेशन नहीं है कि आम आदमी पार्टी हालांकि है लेकिन उसके बावजूद कांग्रेस वाला बंदा जीत गया है, या हम बहुत ज़्यादा नहीं? तो मैंने कहना मैं तो इसको पॉजिटिवली देखता है क्योंकि जे आम आदमी पार्टी जिवें पिछले बार वो जिते, तुसी क्या भी टर्न कोट सी, ही वाज अ कैंडिडेट एंड राइटली सो। ਇਹ ਤਾਂ ਕੁਝ ਵੀ ਨਹੀਂ। ਜਦੋਂ ਅਕਾਲੀ ਦਲ ਆਇਆ, ਅਕਾਲੀ ਦਲ ਦੀ 2007 ਤੋਂ ਲੈ ਕੇ 2017 ਤੱਕ ਦੀ ਜਿਹੜੀ ਗਵਰਨੈਂਸ ਰਹੀ ਹੈ, ਸਰਕਾਰ ਰਹੀ ਹੈ, ਉਸ ਵਕਤ ਕੀ ਕੁਝ ਹੋਇਆ ਪੰਜਾਬ ਦੇ ਵਿੱਚ, ਔਰ ਯੂਨੀਵਰਸਿਟੀ ਦੀ ਕੈਂਪਸ ਦੀ ਪੋਲਿਟਿਕਸ ਕਹਿ ਰਿਹਾ ਮੈਂ। ਉਸ ਵਕਤ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ ਦੀ ਪੂਰੀ ਐਨ ਮਾਸ ਲੀਡਰਸ਼ਿਪ ਨੂੰ ਇਹਨਾਂ ਨੇ SOI ਸ਼ਾਮਲ ਕਰਾ ਲਿਆ ਤੇ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ ਸੀ ਪੰਜਾਬ ਦੇ ਵਿੱਚ, ਵਿਚ ਵਾਸ ਅ ਟ੍ਰਿਗਰ ਪੁਆਇੰਟ ਫॉर ਸਿੱਧੂ ਮੂਸੇਵਾਲਾ ਕਿਲਿੰਗ। ਸੋ ਵਿੱਕੀ ਮਿੱਡੂ ਖੇੜਾ, ਲਾਰੈਂਸ ਬਿਸ਼ਨੋਈ,
ਜਿੰਨੇ ਵੀ ਕ੍ਰਿਮੀਨਲ ਗੈਂਗਸਟਰਸ ਹੁਣ ਇਸ ਵਕਤ ਬੜੇ ਵੱਡੇ ਸਰਗਨਾ ਹੈਗੇ ਨੇ, ਦੇ ਹੈਵ ਬੀਨ ਇਹ ਸੋਪੂ ਦੇ ਸਟੂਡੈਂਟ ਸੀ। ਸੋ ਸਟੂਡੈਂਟ ਪੋਲਿਟਿਕਸ ਜਿਹੜੀ ਡੀਏਵੀ ਕਾਲਜ ਚੰਡੀਗੜ੍ਹ ਦੀ ਸੀ ਜਾਂ ਹੋਰ ਚੰਡੀਗੜ੍ਹ ਦੇ ਕਾਲਜਿਸ, ਈਵਨ ਪੰਜਾਬ ਯੂਨੀਵਰਸਿਟੀ ਕੈਂਪਸ, ਉੱਥੋਂ ਬਹੁਤ ਸੇ ਅਜਿਹੇ ਜਿਹੜੇ ਸਟੂਡੈਂਟ ਲੀਡਰ ਜਿਨ੍ਹਾਂ ਨੂੰ ਕਿ ਅਕਾਲੀ ਦਲ ਦੇ ਸਮਿਆਂ ਦੇ ਵਿੱਚ ਧੱਕੇ ਦੇ ਨਾਲ ਐਸਓਆਈ ਦੇ ਵਿੱਚ ਸ਼ਾਮਲ ਕਰਵਾਇਆ ਗਿਆ, ਐਂਡ ਦਿਸ ਇਜ਼ ਔਨ ਰਿਕਾਰਡ, ਮੈਂ ਗੱਲਾਂ ਬਾਤਾਂ ਕਰ ਰਿਹਾ। ਐਂਡ ਉਸ ਤੋਂ ਬਾਅਦ ਉਹ ਕੌਣ ਲੋਕ ਨੇ ਜਿਹੜੇ ਸਟੂਡੈਂਟ ਲੀਡਰ ਜਿਨ੍ਹਾਂ ਨੂੰ ਤੁਸੀਂ ਜਦੋਂ ਦਬਾਅ ਪਾ ਕੇ ਐਸਓਆਈ ਦੀ ਲੀਡਰਸ਼ਿਪ 'ਚ ਸ਼ਾਮਲ ਕਰਾ ਲਿਆ, ਬਿਕੋਜ਼ ਵਿੱਕੀ ਮਿੱਡੂ ਖੇੜਾ ਐਸਓਆਈ 'ਚ ਆ ਗਏ, ਸੋਪੂ ਤੋਂ ਪੂਰੀ ਦੀ ਪੂਰੀ ਲੀਡਰਸ਼ਿਪ ਉਹਨਾਂ ਦੀ ਇੱਥੇ ਆ ਗਈ। ਉਸ ਤੋਂ ਬਾਅਦ ਦਾ ਜਿਹੜਾ ਗੈਂਗਸਟਰ ਇਸ ਵਕਤ ਆਰਮੀਨੀਆ 'ਚ ਬੈਠਾ ਲੱਕੀ ਪਟਿਆਲ, ਹੀ ਵਾਜ਼ ਅ ਪੀਯੂਐਸਯੂ ਕੈਂਡੀਡੇਟ। ਅਮਨਦੀਪ ਧਾਲੀਵਾਲ ਜਿਸ ਦਾ ਆਪਾਂ ਜ਼ਿਕਰ ਕਰਦੇ ਹਾਂ। ਸੋ ਆ ਜਿੰਨੇ ਵੀ ਬੰਦੇ ਸੀਗੇ ਇਹਨਾਂ ਨੂੰ ਐਸਓਆਈ 'ਚ ਸ਼ਾਮਲ ਕਰਾਇਆ ਗਿਆ। ਬਾਅਦ ਦੇ ਵਿੱਚ ਅਕਾਲੀ ਦਲ ਦਾ ਕੋਸ਼ਿਸ਼ ਸੀ ਵੀ ਅਸੀਂ ਸਟੂਡੈਂਟ ਪੋਲਿਟਿਕਸ ਦੇ ਉੱਤੇ ਕੰਟਰੋਲ ਕਰੀਏ, ਜੋ ਕਿ ਉਹਨਾਂ ਨੇ ਕੀਤਾ ਵੀ, ਉਹਨਾਂ ਦੀ ਜਿੱਤਾਂ ਵੀ ਹੋਈਆਂ ਤੇ ਦੇ ਵਨ। ਜਦ ਕਿ ਅਕਾਲੀ ਦਲ ਦਾ ਇੱਕ ਆਪਣਾ ਵਿੰਗ ਹੋ ਸਕਦਾ ਸੀ ਵਿਚ ਵਾਜ਼ ਟ੍ਰੈਡੀਸ਼ਨਲ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ। ਹਾਂ ਬਿਲਕੁਲ। ਹੁਣ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਾਜ਼ ਐਸੈਂਸ਼ੀਅਲੀ ਦਾ ਮੇਨ ਜਿਹੜਾ ਸਟੂਡੈਂਟ ਵਿੰਗ ਸੀ, ਉਹਨੂੰ ਤਾਂ ਅਕਾਲੀ ਦਲ ਨੇ ਰਿਵਾਈਵ ਨਹੀਂ ਕਰਨ ਦੀ ਗੱਲ ਕੀਤੀ, ਉਹਨੂੰ ਤਾਂ ਇੰਪਾਵਰ ਨਹੀਂ ਕੀਤਾ, ਇੱਕ ਵੱਖਰਾ ਐਸਓਆਈ ਬਣਾ ਲਿਆ। ਮੈਂ ਸਿਰਫ ਅਕਾਲੀ ਦਲ ਦੇ ਲਿਮਿਟਿਡ ਪਰਸਪੈਕਟਿਵ 10 ਸਾਲਾਂ ਦੀ ਗੱਲ ਕਰ ਰਿਹਾ, ਉਸ ਤੋਂ ਵਿੱਚੋਂ 6-7 ਸਾਲਾਂ 'ਚ ਇਹਨਾਂ ਨੇ ਕੈਂਪਸ ਦੇ ਵਿੱਚ ਖੂਬ ਪੋਲਿਟਿਕਸ ਕੀਤੀ ਤੇ ਉਹਦਾ ਨਤੀਜੇ ਮਤਲਬ ਬੜੇ ਭਯੰਕਰ ਹੋਏ। what we saw finally was ਕਿ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਅਕਾਲੀ ਦਲ was responsible for creating Lawrence Bishnoi, but ਲੱਕੀ ਪਟਿਆਲ they turned out to be gangsters। ਬਾਅਦ ਦੇ ਵਿੱਚ ਵਿੱਕੀ ਮਿੱਡੂ ਖੇੜਾ ਜਿਸ ਨੂੰ ਮਾਰਨ ਪਿੱਛੇ, ਜਿਸ ਦੇ ਕਤਲ ਪਿੱਛੇ ਇੱਕ ਵੱਡਾ ਰੀਜ਼ਨ ਇਹ ਮੰਨਿਆ ਗਿਆ ਕਿ ਉਸ ਦੀ ਜਿਹੜੀ ਖੁੰਦਕ ਵਿੱਕੀ ਮਿੱਡੂ ਖੇੜਾ ਦੇ ਨਾਲ ਲੱਕੀ ਪਟਿਆਲ ਦੀ ਸੀ, ਉਹ ਇਹ ਸੀ ਕਿ ਮੈਨੂੰ ਧੱਕੇ ਦੇ ਨਾਲ ਅਕਾਲੀ ਦਲ 'ਚ ਸ਼ਾਮਲ ਕਰਾਇਆ ਗਿਆ ਸੀ। ਸੋ ਇਹ ਯੂਥ ਲੀਡਰ ਜਿਹੜੇ ਸੀਗੇ ਪੰਜਾਬ ਯੂਨੀਵਰਸਿਟੀ ਦੇ ਉਸ ਫੇਜ਼ ਦੇ, ਇੱਕ ਬੜਾ ਮਾੜਾ ਫੇਜ਼ ਸੀ ਆਈ ਵੁੱਡ ਸੇ 2010 ਤੋਂ ਲੈ ਕੇ 2015-16 ਤੱਕ ਦੇ 7-8 ਸਾਲ ਦਾ ਐਸਾ ਪੈਚ ਸੀ ਜਦੋਂ ਕਿ ਅਨਫੋਰਚੂਨੇਟਲੀ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲਣ ਵਾਲੇ ਜਿਹੜੇ who could have been the future leaders of India, they became the future mafias of India। and who is Lawrence Bishnoi? Lawrence Bishnoi ਕਿੱਥੋਂ ਸ਼ੁਰੂਆਤ ਕਰਦਾ ਹੈ? He was a student leader of SOPU in DAV college। ਤੁਸੀਂ ਜਿੰਨੇ ਸੰਪਤ ਨਹਿਰਾ ਗੈਂਗਸਟਰ, ਲਾਰੈਂਸ ਬਿਸ਼ਨੋਈ ਗੈਂਗਸਟਰ, ਲੱਕੀ ਪਟਿਆਲ ਗੈਂਗਸਟਰ, ਐਂਡ ਦੇਰ ਸੋ ਮੈਨੀ ਅਦਰ ਨੇਮਸ ਵਿਚ ਆਈ ਕੈਨ ਐਡ ਟੂ ਦੈਟ। ਸੋ ਇਹ ਸਾਰੇ ਦੇ ਸਾਰੇ ਲੋਕ ਲੀਡਰ ਹੀ ਬਣਨ ਆਏ ਸੀਗੇ, ਛਾਤਰ ਰਾਜਨੀਤੀ ਦੇ ਵਿੱਚ ਸੀ, ਲੇਕਿਨ ਅਨਡਿਊ ਇੰਟਰਫੇਰੈਂਸ ਸ਼ੁਰੂ ਹੋਇਆ ਪੋਲੀਟੀਕਲ ਪਾਰਟੀਆਂ ਦਾ। ਐਂਡ ਪੰਜਾਬ ਇਜ਼ ਅ ਟੈਸਟਿੰਗ, ਇਹ ਬਹੁਤ ਚੰਗੀ ਗੱਲ ਹੈ, JNU 'ਚ ਨਹੀਂ ਹੋ ਪਾਇਆ, DU 'ਚ ਨਹੀਂ ਹੋ ਪਾਇਆ। ਈਵਨ ਪੰਜਾਬ ਯੂਨੀਵਰਸਿਟੀ ਹੁਣ ਪਿਛਲੇ ਕੁਝ ਸਾਲਾਂ ਤੋਂ ਇਨਸੂਲੇਟਿਡ ਹੈ, ਆਈਸੋਲੇਟਿਡ ਹੈ ਇਸ ਟ੍ਰੈਂਡ ਤੋਂ, ਡਿਸਪਾਈਟ ਦਾ ਫੈਕਟ ਵੀ ਪੋਲੀਟੀਕਲ ਪਾਰਟੀਆਂ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਅੱਜ ਵੀ। ਆਮ ਆਦਮੀ ਪਾਰਟੀ ਵਿਚ ਕੁਡ ਹੈਵ ਸਟੇਡ ਅਵੇ ਫਰਮ ਆਲ ਦਿਸ, ਇਹਨਾਂ ਨੂੰ ਲੋੜ ਨਹੀਂ ਹੁੰਦੀ। ਮਤਲਬ ਮੈਂ ਇਹ ਕਹਿੰਦਾ ਵੀ ਤੁਸੀਂ ਜਦੋਂ ਸੱਤਾ ਦੇ ਘੋੜੇ ਤੇ ਬੈਠ ਕੇ ਤੁਸੀਂ ਕੰਟਰੋਲ ਕਰਨਾ ਚਾਹੁੰਦੇ ਹੋ ਸਟੂਡੈਂਟ ਦੀ ਪੋਲਿਟਿਕਸ ਨੂੰ, ਤੁਸੀਂ ਦੇਖੋ ਇਹਨਾਂ ਦਾ ਦੋਗਲਾਪਨ। ਮੈਂ ਕਹਾਂਗਾ ਪੰਜਾਬ ਦੀਆਂ ਸਾਰੀ ਸਿਆਸੀ ਪਾਰਟੀਆਂ ਐਂਡ ਇਨਕਲੂਡਿੰਗ ਹਰਿਆਣਾ ਦੀ ਪੋਲੀਟੀਕਲ ਪਾਰਟੀ ਦਾ ਦੋਗਲਾਪਨ ਦੇਖੋ ਕਿ ਇਹ ਲੋਕ ਨਾ ਤਾਂ ਪੰਜਾਬ ਦੇ ਵਿੱਚ ਅੱਜ ਯੂਨੀਵਰਸਿਟੀਆਂ ਦੇ ਵਿੱਚ ਇਲੈਕਸ਼ਨ ਹੁੰਦੇ ਨੇ, 84 ਤੇ ਬੰਦ ਪਏ ਨੇ, ਨਾ ਹੀ ਹਰਿਆਣੇ ਦੀ ਕਿਸੇ ਯੂਨੀਵਰਸਿਟੀ 'ਚ ਇਲੈਕਸ਼ਨ ਹੋਵੇ, ਨਾ ਪੰਜਾਬ ਦੇ ਕਿਸੇ ਕਾਲਜ ਦੇ ਵਿੱਚ ਸਟੂਡੈਂਟ ਕਾਉਂਸਲ ਇਲੈਕਸ਼ਨ ਅੱਜ ਹੋ ਰਹੇ ਨੇ, ਨਾ ਹਰਿਆਣਾ ਦੇ ਕਿਸੇ ਕਾਲਜ ਵਿੱਚ ਹੋ ਰਹੇ ਨੇ। ਹਰਿਆਣਾ ਸਟਾਰਟਿਡ ਕਿ ਉਹਨਾਂ ਨੇ ਇਨਡਾਇਰੈਕਟ ਇਲੈਕਸ਼ਨ ਸਟਾਰਟ ਕੀਤੇ ਦੁਸ਼ਯੰਤ ਚੌਟਾਲਾ ਜਦੋਂ ਡਿਪਟੀ CM ਬਣਦੇ ਨੇ, ਦੇ ਟਰਾਈਡ ਇਟ ਐਂਡ ਦੇ ਮੇ ਹੈਵ ਪਾਰਟਲੀ ਕਰ ਵੀ ਪਾਏ ਜਾਂ ਨਹੀਂ ਕਰ ਪਾਏ, ਮੈਨੂੰ ਉਹਦੇ ਬਾਰੇ ਜ਼ਿਆਦਾ ਅਪਡੇਟ ਨਹੀਂ ਹੈ। ਲੇਕਿਨ ਸਟੂਡੈਂਟ ਕਾਉਂਸਲ ਦਾ ਜਿਹੜਾ ਇਲੈਕਸ਼ਨ ਪੰਜਾਬ ਯੂਨੀਵਰਸਿਟੀ ਦੇ ਕਾਲਜਿਸ 'ਚ ਹੋਇਆ ਕਰਦਾ ਸੀ, ਹੁਣ ਪਟਿਆਲਾ ਪੰਜਾਬੀ ਯੂਨੀਵਰਸਿਟੀ, JNDU ਅੰਮ੍ਰਿਤਸਰ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ, ਲੁਧਿਆਣਾ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ, ਹੋਰ ਪੰਜਾਬ ਦੀਆਂ ਕਈ ਯੂਨੀਵਰਸਿਟੀਜ਼ ਨੇ, ਕਾਲਜਿਸ ਨੇ ਸੈਂਕੜਾ ਦੀ ਗਿਣਤੀ ਦੇ ਵਿੱਚ, ਕਿੱਥੇ ਹੁੰਦਾ ਸਟੂਡੈਂਟ ਇਲੈਕਸ਼ਨ, ਕੌਂਸਲ ਦਾ ਇਲੈਕਸ਼ਨ? ਨਹੀਂ ਹੁੰਦਾ, ਕਿਉਂਕਿ ਉੱਥੇ ਇਹਨਾਂ ਨੂੰ ਅੱਤਵਾਦ ਦੇ ਦੌਰ ਦੇ ਵਿੱਚ ਜਾਂ ਖਾੜਕੂਵਾਦ ਦੇ ਦੌਰ ਦੇ ਵਿੱਚ ਰੌਲਾ ਪੈ ਗਿਆ ਜੀ ਕਿ ਹਾਲਾਤ ਖਰਾਬ ਹੋ ਰਹੇ ਸੀ। JNDU ਜਾਂ ਲੁਧਿਆਣੇ ਦੀ ਐਗਰੀਕਲਚਰ ਯੂਨੀਵਰਸਿਟੀ, ਪਟਿਆਲਾ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ, they were treated hotbeds where student movement could actually easily translate into the separatist movement, ਕਿਉਂਕਿ ਉਹ ਮਾਹੌਲ ਸੀ। ਉਸ ਵਕਤ ਬੰਦ ਕਰਤੇ ਗਏ, ਉਸ ਤੋਂ ਬਾਅਦ ਅੱਜ ਤੱਕ ਤੁਸੀਂ ਖੋਲ੍ਹੇ ਨਹੀਂ। ਸੋ ਸਾਰੀ ਦੀ ਸਾਰੀ ਪਾਰਟੀਆਂ ਦਾ ਜਿਹੜਾ ਇੱਕ ਸਾਖ ਦੀ ਲੜਾਈ ਹੁੰਦੀ ਹੈ, ਹਰ ਸਾਲ ਪੰਜਾਬ ਯੂਨੀਵਰਸਿਟੀ ਦੇ ਸਤੰਬਰ ਅਗਸਤ ਦੇ ਵਿੱਚ ਹੋਣ ਵਾਲੇ ਸਟੂਡੈਂਟ ਇਲੈਕਸ਼ਨ ਤੇ ਆ ਕੇ ਟਿਕ ਜਾਂਦੀ ਹੈ। ਸਾਰੇ ਇੱਥੇ ਜ਼ੋਰ ਅਜ਼ਮਾਇਸ਼ ਕਰਦੇ ਨੇ, ਜਿਵੇਂ ਪਤਾ ਨਹੀਂ ਇੱਥੇ ਇਹਨਾਂ ਦਾ ਕੀ ਪਿਆ। ਛੋਟੀ ਜੀ ਪੰਜਾਬ ਯੂਨੀਵਰਸਿਟੀ, ਛੋਟਾ ਅੱਜ ਪੰਜਾਬ ਯੂਨੀਵਰਸਿਟੀ ਦੇ ਹਾਲਾਤ ਆ ਦੇਖੋ ਕੀ ਆ, ਉਹਨਾਂ ਕੋਲ ਪੈਸਾ ਨਹੀਂ, ਫੰਡ ਨਹੀਂ, ਦੇ ਆਰ ਲਿਟਰਲੀ ਔਨ ਦ ਵਰਜ ਆਫ ਅ ਬਿਗ ਫਾਈਨੈਂਸ਼ੀਅਲ ਮੈਸ ਐਂਡ ਕ੍ਰਾਈਸਿਸ, ਠੀਕ ਹੈ ਨਾ। ਹੁਣ ਉਸ ਯੂਨੀਵਰਸਿਟੀ ਦੀ ਇੱਕ ਸਟੂਡੈਂਟ ਇਲੈਕਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ, ਪੰਜਾਬ ਦੀਆਂ, ਹਰਿਆਣੇ ਦੀਆਂ, ਇਨਸੋ ਜਿਹੜਾ ਲੋਕ ਦਲ ਦਾ ਵਿੰਗ ਹੈ ਨਾ, ਉਹ ਸਾਰੇ ਦੇ ਸਾਰੇ ਆ ਜਾਂਦੇ ਨੇ ਐਂਡ ਦੇ ਟਰਾਈ ਟੂ, ਮਤਲਬ ਇੱਥੇ ਵੀ ਨਹੀਂ ਪਤਾ ਨਹੀਂ ਕਿਹੜੀ ਯੁਵਾ ਜਾਂ ਛਾਤਰ ਰਾਜਨੀਤੀ ਦੇ ਨਾਲ ਜੁੜੀ ਹੋਈ ਇਹਨਾਂ ਦੀ ਕਸਕ ਹੈਗੀ ਹੈ, ਜੋ ਕਿ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਐਸੈਂਸ਼ਲੀ ਇਫ ਦੇ ਵਾਂਟ ਕਿ ਜੇ ਚਾਹੁੰਦੇ ਨੇ ਕਿ ਅਸੀਂ ਵਿਦਿਆਰਥੀ ਰਾਜਨੀਤੀ ਨੂੰ ਮਜ਼ਬੂਤ ਕਰਨਾ ਹੈ
ਤਾਂ ਆਪਣੇ ਰਾਜਾਂ ਦੀ ਯੂਨੀਵਰਸਿਟੀਆਂ ਦੇ ਵਿੱਚ ਖੋਲ ਕੇ ਦਿਖਾਣ ਨਾ। ਅੱਜ ਭਗਵੰਤ ਮਾਨ ਦੀ ਸਰਕਾਰ ਹੈ, ਇਹ ਕਮਿਟਮੈਂਟ ਸੁਖਬੀਰ ਬਾਦਲ ਨੇ ਕੀਤੀ, ਇਹ ਕਮਿਟਮੈਂਟ ਕਾਂਗਰਸ ਪਾਰਟੀ ਨੇ ਕੀਤੀ, ਕਿਹਾ ਕਿ ਅਸੀਂ ਸਟੂਡੈਂਟ ਬੋਡੀਜ਼ ਦੀ ਇਲੈਕਸ਼ਨ ਸ਼ੁਰੂ ਕਰਾਵਾਂਗੇ ਪੰਜਾਬ 'ਚ ਯੂਨੀਵਰਸਿਟੀ ਵਿੱਚ, ਅੱਜ ਤੱਕ ਨਹੀਂ ਹੋਈਆਂ। ਦੇ couldn't do it. So this is their commitment towards the cause of student movement, ਜਿਹਨੂੰ ਕਹਿੰਦਾ ਵੀ ਛਾਤਰ ਜਾਂ ਵਿਦਿਆਰਥੀ ਪਰਿਸ਼ਦ ਦੀ ਰਾਜਨੀਤੀ ਨੂੰ ਮਜ਼ਬੂਤ ਕਰਨਾ, so that you can get the leaders of the future from that pool of leaders that you create at the student level. So they are not committed. ਇੱਕ ਕੈਂਪਸ ਦੇ ਉੱਤੇ ਜਾ ਕੇ ਬਸ ਉਹ ਇੱਕ ਸਾਖ ਦੀ ਲੜਾਈ ਸੀ, ਉਹਦੇ 'ਚ ਜੇ ਜਿੱਤ ਜਾਂਦੇ ਤਾਂ ਫਿਰ ਦੁਨੀਆ ਭਰ ਦੇ ਵਿੱਚ ਮੈਸੇਜ ਦੇਣਾ ਸੀ। ਹੁਣ NSUI ਜਿੱਤੀ ਹੈ ਤਾਂ ਉਹਨੇ ਮੁਹੱਬਤ ਯਾਤਰਾ ਦੀ ਗੱਲ ਕੀਤੀ ਹੈ, ਉਹ ਆਪਣੇ ਨੈਰੇਟਿਵ ਦੇ ਹਿਸਾਬ ਨਾਲ ਗੱਲ ਨੂੰ ਟਵੀਕ ਕਰ ਰਹੇ ਨੇ। ਕੱਲ ਨੂੰ ਜੇ ABVP ਜਿੱਤੀ ਹੁੰਦੀ, they would have said ਕਿ ਨਰਿੰਦਰ ਮੋਦੀ ਜੀ ਦਾ ਬੜਾ ਜਲਵਾ ਰਿਹਾ ਹੈ, ਠੀਕ ਹੈ ਨਾ, ਆਬਵੀਅਸਲੀ। ਤੇ ਜੇ CAYSS ਜਿੱਤ ਜਾਂਦੀ ਤਾਂ ਭਗਵੰਤ ਮਾਨ ਦੀ ਬੱਲੇ ਬੱਲੇ ਹੋਣੀ ਸੀ। ਸੋ ਇਹ ਦੇ ਆਰ ਨਥਿੰਗ ਬਟ ਦੇ ਆਰ ਦਾ ਓਨਲੀ ਐਕਸਟੈਂਸ਼ਨਸ। ਖੁਸ਼ੀ ਸਿਰਫ ਇਹ ਹੋਈ ਹੈ ਕਿ ਚਲੋ ਇੱਕ ਐਸੀ ਪਾਰਟੀ ਜਿੱਤੀ ਹੈ ਜਿਹਦੀ ਨਾ ਪੰਜਾਬ 'ਚ ਸਰਕਾਰ ਹੈ ਨਾ ਹਰਿਆਣਾ 'ਚ ਸਰਕਾਰ ਹੈ। ਸੋ NSUI ਨੂੰ ਮੈਂ ਗਲਤ ਨਹੀਂ ਮੰਨਦਾ, ਮੈਂ ABVP ਨੂੰ ਵੀ ਨਹੀਂ ਗਲਤ ਮੰਨਦਾ, ਬਿਕੋਜ਼ ਇਹ ਸਟੂਡੈਂਟ ਵਿੰਗ ਨੇ ਪੋਲੀਟੀਕਲ ਪਾਰਟੀਆਂ ਦੇ, ਬਿਕੋਜ਼ ਦੇ ਆਰ ਫਾਈਟਿੰਗ ਫॉर द ਕਾਜ਼ ਆਫ ਸਟੂਡੈਂਟ, ਦੈਟ ਇਜ਼ ਫਾਈਨ ਇਨਫ। ਲੇਕਿਨ ਇੱਕ ਅਨਫੋਰਚੂਨੇਟ ਬਿਟ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਇੱਕ ਨਿਰੋਲ ਸਟੂਡੈਂਟ ਆਰਗੇਨਾਈਜੇਸ਼ਨ ਹੋਇਆ ਕਰਦੀਆਂ ਸੀ, ਅਜੇ ਵੀ ਹੈਗੀਆਂ ਨੇ, ਪੰਜਾਬ ਪੂਸੂ ਤੇ ਸੋਪੂ। ਸੋ ਉਹ ਦੇ ਆਰ ਬੀਇੰਗ ਰੈਲੀਗੇਟਡ ਬੈਕ, ਬਿਕੋਜ਼ ਕਿਸੇ ਨਾ ਕਿਸੇ ਦਾ ਹੱਥ ਫੜਨਾ ਪੈਣਾ ਹੈ। ਹੁਣ ਹੱਥ ਫੜਨ ਲਈ ਸਰਕਾਰਾਂ ਤਾਂ ਰਹੀਆਂ ਨਹੀਂ, ਠੀਕ ਹੈ ਨਾ। ਹੁਣ ਤਾਂ ਪੋਲੀਟੀਕਲ ਪਾਰਟੀਆਂ ਆ ਗਈਆਂ, ਪੋਲੀਟੀਕਲ ਪਾਰਟੀ ਤਾਂ BJP ਹੋਏਗੀ ਉਹ ABVP ਨੂੰ ਸਪੋਰਟ ਦੇਗੀ, ਕਾਂਗਰਸ ਹੋਏਗੀ ਉਹ NSUI ਨੂੰ ਦੇਗੀ, ਅਕਾਲੀ ਦਲ ਨੇ SY ਖੜਾ ਕਰ ਲਿਆ, ਤਾਂ ਸਾਰੀ ਪੋਲੀਟੀਕਲ ਪਾਰਟੀਆਂ ਖੁਦ ਹੀ ਆ ਚੁੱਕੀਆਂ ਨੇ ਛਾਤਰ ਵਿਦਿਆਰਥੀ ਰਾਜਨੀਤੀ ਦੇ ਵਿੱਚ। ਸੋ ਦੇਰ ਇਜ਼ ਨੋ ਸਪੇਸ ਫॉर ਐਸੈਂਸ਼ਲੀ ਜਿਹੜੀ ਜਿਹਨੂੰ ਕਹਿ ਸਕਦੇ ਹਾਂ ਕਿ ਕੋਰ ਵਿਦਿਆਰਥੀ ਨੁਮਾਇੰਦਾ ਜਮਾਤਾਂ ਸਨ, ਉਹ ਹੁਣ ਵਿਚਾਰੀਆਂ ਇੱਧਰ ਉੱਧਰ ਹੈਗੀਆਂ ਨੇ। ਸੋ ਆਪਣੇ ਜ਼ੋਰ ਦੇ ਉੱਤੇ ਉਹ ਲੜ ਸਕਦੇ ਨੇ, ਜੇ ਉਹਨਾਂ ਦੀ ਲੀਡਰਸ਼ਿਪ ਮਜ਼ਬੂਤ ਹੋਏਗੀ, ਉਹਨਾਂ ਦੇ ਚੰਗੇ ਕਾਡਰ ਹੋਣਗੇ ਤਾਂ ਉਹ ਸਰਵਾਈਵ ਕਰਨਗੇ। ਤੇ ਪਿਛਲੇ ਕੁਝ ਸਾਲਾਂ ਤੋਂ ਇਹ ਸੰਘਰਸ਼ ਕਰਨਾ ਪੈ ਰਿਹਾ, ਕਿਉਂਕਿ ਉਹਨਾਂ ਦੀ ਲੀਡਰਸ਼ਿਪ ਨੂੰ ਜਿਵੇਂ 2012, 13, 14 ਦੇ ਵਿੱਚ ਹੋਇਆ, ਅਕਾਲੀ ਦਲ ਨੇ ਪੂਰੀ ਦੀ ਪੂਰੀ ਲੀਡਰਸ਼ਿਪ ਸੋਪੂ ਦੀ ਖਤਮ ਕਰਤੀ। ਆਪਣੇ ਨਾਲ ਜਿੰਨੇ ਵੀ ਪ੍ਰਭਾਵਸ਼ਾਲੀ ਲੀਡਰ ਸੀ, ਸਾਮ ਦਾਮ ਦੰਡ ਭੇਦ ਸਮਝਾ ਕੇ, ਡਰਾ ਕੇ, ਧਮਕਾ ਕੇ ਵੀ, ਕਈ ਐਸੇ, ਲੱਕੀ ਪਟਿਆਲ ਇਜ਼ ਅ ਕਲਾਸਿਕ ਕੇਸ ਜਿੱਥੇ ਕਿ ਕ੍ਰਿਮੀਨਲ ਕੇਸਿਸ ਉਸ ਦੇ ਖਿਲਾਫ ਦੁਬਾਰਾ ਰਿਵਾਈਵ ਕੀਤੇ ਗਏ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸੀ ਉਸ ਵਕਤ ਅਕਾਲੀ ਦਲ ਦੀ ਸੀ। ਸੋ ਕਿਉਂਕਿ ਉਹਨੇ ਜਿਵੇਂ ਹੀ ਅਕਾਲੀ ਦਲ ਦੇ ਵਿੱਚ ਜਿਹਨੂੰ ਕਹਿੰਦੇ ਕਿ ਸਵਿਚ ਓਵਰ ਕੀਤਾ, ਉਸ ਦੇ ਸਾਰੇ ਪੁਰਾਣੇ ਕੇਸਾਂ ਦੇ ਉੱਤੇ ਪਰਦਾ ਪਾ ਦਿੱਤਾ ਗਿਆ, ਤੇ ਉਸ ਤੋਂ ਬਾਅਦ ਦੈਨ ਹੀ ਵਾਜ਼ ਫ੍ਰੀ। ਫਿਰ ਉਹਨਾਂ ਦੀ ਫੇਵਰਸ ਹੋਣੀਆਂ ਸ਼ੁਰੂ ਹੋ ਗਈਆਂ, ਆਪਣੇ ਕੰਮ ਛੋਟੇ ਮੋਟੇ ਹੋਣੇ ਸ਼ੁਰੂ ਹੋ ਗਏ। ਸੋ ਦਿਸ ਵਾਜ਼ ਦ ਸਟੇਟ ਆਫ ਅਫੇਅਰ, ਵੀ ਤੁਸੀਂ ਕਿਵੇਂ ਸੱਤਾ ਨੂੰ ਇਸਤੇਮਾਲ ਕਰਦੇ ਹੋ, ਵਿਚ ਇਜ਼ ਅ ਵੈਰੀ ਡੇਂਜਰਸ ਟ੍ਰੈਂਡ। ਤੇ ਉਸ ਦਾ ਨਤੀਜਾ ਤੁਹਾਡੇ ਸਾਹਮਣੇ, ਪੰਜਾਬ 'ਚ ਜੋ ਕੁਝ ਹੋਇਆ, ਜਿਹੜਾ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ, ਇਹ ਕਿਤੇ ਨਾ ਕਿਤੇ ਸਟੈਮ ਕਰਦਾ ਹੈ। ਤੇ ਵਿੱਕੀ ਮਿੱਡੂ ਖੇੜਾ ਦਾ ਸੀਕੁਅਲ ਵਾਜ਼ ਸਿੱਧੂ ਮੂਸੇਵਾਲਾ's ਮਰਡਰ ਕੇਸ। ਸੋ ਛਾਤਰ ਰਾਜਨੀਤੀ ਇੱਕ ਬਹੁਤ ਹੀ ਡਬਲ ਐਜਡ ਵੈਪਨ ਹੈ। ਤੋ ਰਾਜਨੀਤਿਕ ਪਾਰਟੀਆਂ ਦੇ ਜੇ ਆਪਣੇ ਵਿੰਗ ਜੇ ਆ ਰਹੇ ਨੇ, ਚਲੋ ਉਹਦੇ ਵਿੱਚ ਆਪਾਂ ਉਹਨਾਂ ਨੂੰ ਨਾ ਰੋਕ ਸਕਦੇ ਹਾਂ ਨਾ ਟੋਕ ਸਕਦੇ ਹਾਂ, ਤੇ ਮੈਨੂੰ ਲੱਗਦਾ ਠੀਕ ਹੈ, ਉਹਨਾਂ ਦੇ ਵੀ ਆਪਣੇ ਅਖਤਿਆਰ ਹੈਗੇ ਨੇ। ਲੇਕਿਨ ਇਹ ਹੈ ਕਿ ਪਿਓਰ ਜਿਹੜੇ ਸਟੂਡੈਂਟ ਕੰਸਰਨਸ ਹੈਗੇ ਨੇ, ਵਿਦਆਊਟ ਥੀਸ ਪੋਲੀਟੀਕਲ ਕਲਰਿੰਗਸ, ਚਾਹੇ ਕਾਂਗਰਸ ਹੋਵੇ ਚਾਹੇ BJP ਹੋਵੇ, that is a casualty. ਸੋ ਸਟੂਡੈਂਟ ਦਾ ਤਾਂ ਸਟੂਡੈਂਟ ਕਾਜ਼ ਹੀ ਹੋਣਾ ਚਾਹੀਦਾ ਹੈ, ਤੇ ਉਹਦੇ ਵਿੱਚ ਮੈਨੂੰ ਲੱਗਦਾ ਪੋਲੀਟੀਕਲ ਦਖਲ ਘੱਟ ਹੋਣਾ ਚਾਹੀਦਾ ਹੈ, ਕਿਉਂਕਿ ਇਹ ਤਾਂ ਫਿਰ ਦੇ ਆਰ ਸਸੈਪਟੇਬਲ, ਦੇ ਆਰ ਕੱਲ ਹੁਣ ਇਹ ਜੇ ਕਾਂਗਰਸ ਦਾ ਛਾਤਰ ਵਿੰਗ ਹੈ ਤਾਂ ਜਿਹੜੀ ਨਾਲ ਦੀਆਂ ਸਰਕਾਰਾਂ ਹੈਗੀਆਂ, ਦੇ ਵਿਲ ਆਲਵੇਜ਼ ਹੈਵ ਅ ਕਾਈਂਡ ਆਫ ਅ ਬਾਇਸ। ਆਈ ਡੋਂਟ ਨੋ ਉਹਨਾਂ ਦਾ ਕੀ ਭਲਾ ਕਰਨਾ, ਕੀ ਕੰਮ ਕਰਨੇ ਨਹੀਂ ਕਰਨੇ, ਬਟ ਦੇ ਵਿਲ ਆਲਵੇਜ਼ ਫੀਲ ਕਿ ਇਹ ਤਾਂ ਕਾਂਗਰਸ ਦਾ ਵਿੰਗ ਹੈ ਜਾਂ ਇਹ ਤਾਂ BJP ਦਾ विंग है, सो विच इज नॉट द वे इट शुड बी। क्या यहाँ पे एक वजह ये भी है कि जैसे हमने पिछले 10 सालों में या शायद उससे भी ज़्यादा टाइम में हमने देखा है कि जो नैरेटिव तैयार होकर आ रहा है वो ये है कि भाई अगर आप यूनिवर्सिटी या कॉलेज में गए हैं तो आप पढ़ने के लिए जाएं, पॉलिटिक्स ना करें, है ना। पॉलिटिक्स को एक जो है एक बहुत ही गंदी चीज़ है, इसको जो है नेताओं के पास छोड़ दिया जाए तो बेहतर है, आम शहरी को इससे क्या लेना देना, ऐसा भी एक माइंडसेट क्रिएट किया जा रहा है। एक टेररिज्म का हुआ तो बनाया ही गया है कि भाई देखिए बाद माजी में क्या हुआ था, अब भी हो सकता है, लेकिन इसके अलावा भी क्या आपको लगता है कि बड़े पार्टीज़ के लिए ये ओपन हो गया है, इसलिए भी क्योंकि एक आम लोगों में एक ये माइंडसेट आ गया है कि भाई पॉलिटिक्स में हम नहीं पार्ट लेंगे क्योंकि भाई ये गंदी चीज़ है। क्या आपको लगता है कि ये भी एक वजह है पंजाब में? दोवें चीज़ां ने जी। आई थिंक योर क्वेश्चन इज कि एक जरा फियर साइकोसिस हो गया भी इलेक्शन। हाँ, मतलब भाई कि हम जो है हम अच्छे लोग हैं, हम बस पढ़ने जाएंगे, आप अगर पढ़ने गए हैं तो फिर आप पढ़ाई कीजिए, आप इलेक्शंस काहे लड़ रहे हैं। जे आप 80s तो देखिए 80s to 90s 3-4 ਫੇਜ਼ਿਸ ਰਹੇ ਪੰਜਾਬ ਦੇ ਵਿੱਚ ਸਟੂਡੈਂਟ ਪੋਲਿਟਿਕਸ ਦੀ। ਮੈਂ ਗੱਲ ਕਰ ਰਿਹਾ ਪੰਜਾਬ ਯੂਨੀਵਰਸਿਟੀ ਦੀ, ਚਲੋ ਗੱਲ ਕਰਦੇ ਹਾਂ, ਪੰਜਾਬ ਦੀ ਆਪਾਂ ਨਹੀਂ ਗੱਲ ਕਰਦੇ। ਪੰਜਾਬ ਦੇ ਵਿੱਚ ਅਲੱਗ-ਅਲੱਗ, ਕਿਉਂਕਿ ਦੇਖੋ JNDU 'ਚ ਜੋ ਹੋ ਰਿਹਾ ਸੀ, ਜਾਂ ਫਿਰ ਜੋ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ 'ਚ ਹੋ ਰਿਹਾ ਸੀ, ਵਿਚ ਵਾਜ਼ ਅਗੇਨ ਅ ਹੌਟ ਬੈਡ ਆਫ
ਜਿਹੜੀ ਸੈਪਰੇਟਿਸਟ ਮੂਵਮੈਂਟ ਆਲਸੋ ਉੱਥੇ ਪਨਾਹ ਲੈਂਦੇ ਸੀ, ਹੋਸਟਲਾਂ ਦੇ ਵਿੱਚ ਖਾੜਕੂ ਰੁਕਦੇ ਸੀ। ਈਵਨ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਇਹ ਚੀਜ਼ਾਂ ਸੀਗੀਆਂ, ਠੀਕ ਹੈ ਨਾ। ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹ ਐਲੀਮੈਂਟ ਨਹੀਂ ਆ ਪਾਏ, ਜਦੋਂ ਕਿ ਇਨ ਦਾ ਪੀਕ ਡਿਊਰਿੰਗ ਦਾ ਪੀਕ ਆਫ ਮਿਲੀਟੈਂਸੀ ਸਟੂਡੈਂਟ ਯੂਨੀਵਰਸਿਟੀ ਦੇ ਵਿੱਚ ਇੰਟਰਫੇਅਰ ਨਹੀਂ ਕਰ ਪਾਏ। ਲੇਕਿਨ ਹਾਂ, ਕ੍ਰਿਮੀਨਲ ਐਕਟੀਵਿਟੀ ਹੁੰਦੀਆਂ ਰਹੀਆਂ, ਘਟਨਾਵਾਂ ਹੋਈਆਂ, ਵਾਰਦਾਤਾਂ ਹੋਈਆਂ। 80 to 84 4 ਜਾਂ 5 ਸਾਲ ਅਜਿਹੇ ਸੀ ਜਦੋਂ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਕੈਂਪਸ ਪੋਲਿਟਿਕਸ ਵਾਸ ਵੈਰੀ ਬਲੱਡੀ ਐਂਡ ਵਾਇਲੈਂਸ ਆਲਸੋ, ਬਟ ਨਾਟ ਬਿਕੋਜ਼ ਆਫ ਮਿਲੀਟੈਂਸੀ। ਵੀ ਆਪਸ 'ਚ ਮੁੰਡਿਆਂ ਖੁੰਡਿਆਂ ਦੀ ਲੜਾਈ, PUSU ਦੀ ਇੱਕ ਲੀਡਰਸ਼ਿਪ ਸੀ, ਦੂਸਰੇ ਪਾਸੇ ਕੁਝ ਕ੍ਰਿਮੀਨਲ ਐਲੀਮੈਂਟਸ, ਡਿੰਪੀ ਚੰਦਪਾਨ, ਪ੍ਰਭਜਿੰਦਰ ਸਿੰਘ ਡਿੰਪੀ ਚੰਦਪਾਨ, ਸੰਦੀਪ ਪਾਊ, ਦੇਵਰ ਸਮ ਕ੍ਰਿਮੀਨਲ ਜਿਹੜੇ ਕਿ ਬਠਿੰਡੇ ਕੋਈ ਬੈਠਾ, ਕੋਈ ਕਿਤੇ ਬੈਠਾ, ਉਹ ਆ ਕੇ ਪੰਜਾਬ ਯੂਨੀਵਰਸਿਟੀ 'ਚ ਪੰਗੇ ਲੈਂਦੇ ਸੀਗੇ, ਕਹਿੰਦਾ ਸੀ ਵੀ ਇੰਟਰਫੇਅਰ ਕਰਦੇ ਸੀ। ਯੂਨੀਵਰਸਿਟੀ ਵਾਜ਼ ਅ ਪ੍ਰੈਸਟੀਜੀਅਸ। ਇਹ ਦਿੱਕਤ ਹੈ ਕਿ ਪੰਜਾਬ ਯੂਨੀਵਰਸਿਟੀ ਇੱਕ ਪ੍ਰੈਸਟੀਜੀਅਸ ਯੂਨੀਵਰਸਿਟੀ ਹੈ। ਇਹਦਾ ਇਲੈਕਸ਼ਨ ਉਹਦੇ 'ਚ ਹਰ ਬੰਦਾ ਟੰਗ ਅੜਾਉਣੀ ਚਾਹੁੰਦਾ ਹੈ, ਚਾਹੇ ਉਹ ਪੋਲੀਟੀਕਲ ਐਲੀਮੈਂਟ ਹੈ ਜਾਂ ਨਾਨ ਪੋਲੀਟੀਕਲ, ਤੇ ਇਹ ਚੀਜ਼ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਹੈ। ਸੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਸ ਤਰੀਕੇ ਦੀ ਇੰਟਰਫੇਰੈਂਸ ਕੈਂਪਸ ਪੋਲਿਟਿਕਸ ਦੇ ਵਿੱਚ ਸ਼ੁਰੂ ਹੋਈ, ਠੀਕ ਹੈ ਨਾ। ਸੋ ਉਸ ਤੋਂ ਬਾਅਦ ਅੱਤਵਾਦ ਆ ਗਿਆ ਪੰਜਾਬ 'ਚ, ਉਸ ਵਕਤ ਇਹ ਕਿਹਾ ਗਿਆ ਕਿ ਨਹੀਂ, ਯੂਨੀਵਰਸਿਟੀਆਂ ਤੋਂ ਦੂਰ ਰਹੋ, ਜਾਂ ਯੂਨੀਵਰਸਿਟੀਆਂ ਮਤਲਬ ਸਭ ਨੂੰ ਡਰ ਅੱਜ ਤੱਕ ਇਹ ਹੈ ਕਿ ਜੇ ਯੂਨੀਵਰਸਿਟੀ ਦੇ ਇਲੈਕਸ਼ਨ ਇੱਕ ਵਾਰ ਖੋਲ੍ਹਤੇ ਪੰਜਾਬ 'ਚ ਜਾਂ ਹਰਿਆਣੇ 'ਚ, ਤੇ ਆਊਟ ਆਫ ਕੰਟਰੋਲ ਹੋ ਜਾਣਗੇ। ਤੇ ਉਸ ਤੋਂ ਬਾਅਦ ਜਿਹੜਾ ਅਸੀਂ ਕੁਝ ਦੇਖਿਆ 2005 ਤੋਂ ਬਾਅਦ ਦਾ ਫੇਸ ਦੇਖਿਆ, ਜਿਵੇਂ ਕੁਝ ਕ੍ਰਿਮੀਨਲ ਗੈਂਗਸਟਰ ਬਣ ਗਏ। ਸੋ ਉਸਨੇ ਇੱਕ ਹੋਰ ਹੀ ਡਰਾਵਨਾ ਜਿਹਾ ਤਸਵੀਰ ਪੇਸ਼ ਕਰਤੀ, ਯਾਰ ਆਹ ਕੀ ਹੋ ਗਿਆ, ਜੇ ਸਟੂਡੈਂਟਸ ਪੋਲਿਟਿਕਸ ਦੇ ਵਿੱਚ ਇੰਡਲਜ ਕਰਨਗੇ ਤਾਂ ਕਿ ਦਿਸ ਇਜ਼ ਦਾ ਰਿਜ਼ਲਟ, ਦਿਸ ਇਜ਼ ਦਾ ਐਂਡ ਰਿਜ਼ਲਟ, ਜਦੋਂ ਕਿ ਦੈਟ ਇਜ਼ ਨਾਟ ਅ entirely a correct picture। ਉਹ ਕਰੈਕਟ ਪਿਕਚਰ ਨਹੀਂ ਹੈ, ਬਿਕੋਜ਼ ਦੇਖੋ ਸਟੂਡੈਂਟਸ ਨੂੰ ਪੋਲਿਟਿਕਸ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਨੂੰ ਇੱਕ ਪ੍ਰੈਕਟੀਕਲ ਤਜਰਬਾ ਦੇਣਾ। ਯੂ ਵੋਂਟ ਬਿਲੀਵ ਕਿ ਮੈਂ ਜਿਸ ਸਕੂਲ 'ਚ ਪੜ੍ਹਿਆ ਹੋਇਆ ਹਾਂ, ਚੰਡੀਗੜ੍ਹ ਦੇ ਸੈਕਟਰ 35 ਦਾ ਗਵਰਨਮੈਂਟ ਸਕੂਲ, ਉਸ ਦੇ ਵਿੱਚ 87 ਤੇ 88 ਤੱਕ ਮੈਨੂੰ ਯਾਦ ਹੈ, ਸਟੂਡੈਂਟ ਸਾਡਾ ਸਕੂਲ ਦਾ ਇੱਕ ਇਲੈਕਸ਼ਨ ਹੋਇਆ ਕਰਦਾ ਸੀ ਪ੍ਰੀਫੈਕਟ ਦੇ ਚੋਣ ਲਈ। ਸਕੂਲ ਦੇ ਵਿੱਚ ਇਲੈਕਸ਼ਨ ਹੋਇਆ, ਸਕੂਲ ਦੇ ਵਿੱਚ ਆਮ ਟਾਕਿੰਗ, ਤਾਂ ਕਾਲਜ ਯੂਨੀਵਰਸਿਟੀਆਂ ਛੱਡ ਦਿਓ, ਮੈਨੂੰ 87 88 ਤੱਕ ਯਾਦ ਹੈ। ਸੋ ਉਹ 'ਚ ਨਾ ਅਸੀਂ ਛੋਟੇ ਹੁੰਦੇ ਸੀ, ਵੈਨ ਯੂਜ਼ ਟੂ ਬੀ ਕਿਡਸ, ਸ਼ੁਰੂ ਤੋਂ ਹੋ ਰਿਹਾ ਇੰਨੇ ਸਾਲ ਹੁੰਦਾ ਰਿਹਾ, ਆਈ ਥਿੰਕ ਟਿਲ ਵੀ ਵਰ ਇਨ 7th and 8th, ਆਫਟਰ ਦੈਟ ਦ ਇਲੈਕਸ਼ਨਸ ਵਰ ਕਾਲਡ ਆਫ ਜਾਂ ਬੰਦ ਹੋ ਗਏ ਬਿਕੋਜ਼ ਆਫ ਮੇਬੀ ਦਿਸ ਪੰਜਾਬ ਸਿਚੁਏਸ਼ਨ। ਲੇਕਿਨ ਉਹ ਇੱਕ ਸਮਾਂ ਸੀ ਜਦੋਂ ਸਕੂਲਾਂ ਦੇ ਵਿੱਚ ਵੀ ਪ੍ਰੀਫੈਕਟ ਲਈ ਚੋਣਾਂ ਹੁੰਦੀਆਂ ਸੀ, ਬਾਕਾਇਦਾ ਦੇਰ ਯੂਜ਼ ਟੂ ਬੀ ਐਨ ਇਲੈਕਸ਼ਨ। ਉਹ ਫਿਰ ਉਹ ਬਿੱਲੇ ਵਗੈਰਾ ਛਾਪਦੇ ਹੁੰਦੇ ਸੀ, ਅਸੀਂ ਤਾਂ ਇਕੱਠੇ ਕਰਦੇ ਸੀ, ਉਹ ਬੜਾ ਕਰੇਜ਼ ਹੁੰਦਾ ਸੀ। ਉਹ 10-15 ਦਿਨ ਪੂਰਾ ਰੰਗ ਬਣਿਆ ਰਹਿੰਦਾ ਸੀ, ਲਾਲ ਪੀਲੇ ਹਰੇ ਨੀਲੇ ਬਿੱਲੇ, ਐਂਡ ਦੇ ਯੂਜ਼ ਟੂ ਬੀ। ਸੋ ਇੱਕ ਮਾਹੌਲ ਹੋਇਆ ਕਰਦਾ ਸੀ ਵਿਚ was what essentially ਅੱਜ ਜਿਹੜੇ ਯੂਨੀਵਰਸਿਟੀ ਦੇ ਇਲੈਕਸ਼ਨ ਕੀ ਹੈ, these are all sensitization towards a larger political role which these student leader have to assume। ਤੁਸੀਂ ਜਾਣਦੇ ਹੋ, ਤੁਸੀਂ ਯੂਨੀਵਰਸਿਟੀ ਕਾਲਜ ਦੀ ਅਥਾਰਟੀਜ਼ ਦੇ ਨਾਲ ਗੱਲਬਾਤ ਕਰਦੇ ਹੋ, ਤੁਸੀਂ ਉਹਨਾਂ ਦੇ ਨਾਲ ਧਰਨੇ, ਮੁਜ਼ਾਹਰੇ, ਪ੍ਰੋਟੈਸਟ, ਆਪਣੇ ਹੱਕਾਂ ਦੀ ਲੜਾਈ। ਸੋ ਇਹ ਤੁਹਾਨੂੰ ਇੱਕ ਵੱਡੇ ਲੀਡਰ ਬਣਾਉਣ ਦਾ ਇੱਕ ਬੜਾ ਚੰਗਾ, ਇੱਕ ਸੁਚੱਜਾ ਤਰੀਕਾ ਹੈ। these are the way। ਲੇਕਿਨ ਅਨਫੋਰਚੂਨੇਟਲੀ ਹੋਇਆ ਕਿ ਜਦ ਸਾਡੀ ਮੇਨ ਸਟਰੀਮ ਪੋਲੀਟੀਕਲ ਪਾਰਟੀਆਂ ਸਿਰਫ ਇਹ ਸੋਚ ਲੈਣ ਵੀ ਜੀ ਅਸੀਂ ਤਾਂ ਸਟੂਡੈਂਟ ਪੋਲੀਟਿਕਸ ਦੇ ਵਿੱਚ ਆਪਣਾ ਸਿੱਕਾ ਕਾਇਮ ਕਰਨਾ ਹੈ, ਤੇ ਬਾਈ ਹੁੱਕ ਔਰ ਬਾਈ ਕਰੁਕ, ਠੀਕ ਹੈ, ਜਿੱਤਣਾ ਨਹੀਂ ਹੈ, ਐਕਵਾਇਰ ਕਰਨਾ ਹੈ। ਲੀਡਰਸ਼ਿਪ ਤੋੜੋ, ਨਾਲ ਸ਼ਾਮਲ ਕਰੋ। ਦਿਸ ਇਜ਼ ਵਾਟ ਇਜ਼ ਐਟ ਦ ਬੈਕ। ਬਣੇ ਬਣਾਏ ਲੀਡਰ ਹੈਗੇ ਨੇ, ਤੁਸੀਂ ਧੱਕਾ, ਜ਼ਬਰਦਸਤੀ, ਜ਼ੋਰ ਪਾਓ ਤੇ ਉਹਨਾਂ ਨੂੰ, ਲੀਡਰਸ਼ਿਪ ਨੂੰ ਆਪਣੇ ਨਾਲ ਰਲਾਓ। ਸਾਨੂੰ ਬਸ ਢੋਲ ਵੱਜਦੇ ਚਾਹੀਦੇ ਨੇ ਤੇ ਸਾਨੂੰ ਆਪਣੀ ਪਾਰਟੀ ਜਿੱਤਦੀ ਚਾਹੀਦੀ ਹੈ। ਇਹ ਚੀਜ਼ ਇਜ਼ ਅ ਨੈਗੇਟਿਵ ਥਿੰਗ। ਇਹ ਚੀਜ਼ਾਂ ਨੇ ਨੁਕਸਾਨ ਕੀਤਾ ਸਟੂਡੈਂਟ ਪੋਲਿਟਿਕਸ ਦਾ। ਜੇ ਤੁਸੀਂ ਸਟੂਡੈਂਟ ਪੋਲਿਟਿਕਸ ਨੂੰ ਸਟੂਡੈਂਟਸ ਤੱਕ ਰਹਿਣ ਦਿਓ, ਉਹਨਾਂ ਦੀ ਆਪਣੀ ਵਿਦਿਆਰਥੀ ਜਥੇਬੰਦੀਆਂ ਤੱਕ ਰਹਿਣ ਦਿਓ, ਤੁਸੀਂ ਠੀਕ ਹੈ ਆਪਣੀ ਪੋਲੀਟੀਕਲ ਪਾਰਟੀਆਂ ਦੀ ਵੀ ਜਥੇਬੰਦੀਆਂ ਬਣਾਓ, ਲੇਕਿਨ ਉਸ ਦੇ ਵਿੱਚ ਇੰਟਰਫੇਅਰ ਨਾ ਕਰੋ। ਉਹਨਾਂ ਨੂੰ ਆਪਣੇ ਜ਼ੋਰ ਦੇ ਉੱਤੇ ਕੰਮ ਕਰਨ ਦਿਓ। ਇਹ ਨਾ ਹੋਵੇ ਵੀ ਤੁਹਾਡਾ BJP ਦਾ ਜਾਂ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਕੋਈ ਸਟੂਡੈਂਟ ਵਿੰਗ ਦਾ ਉਹਦੇ ਨਾਲ ਕੋਈ ਵੱਧ ਘੱਟ ਹੋ ਜੇ, ਤੁਹਾਡੀ ਸਰਕਾਰ ਹੋਵੇ, ਤੁਸੀਂ ਉੱਥੇ ਪ੍ਰਸ਼ਾਸਨ ਉੱਤੇ ਦਬਾਅ ਪਾ ਕੇ ਉਹਨਾਂ ਦੀ ਫੇਵਰ ਕਰ ਰਹੇ ਹੋ। ਇਹ ਚੀਜ਼ਾਂ ਹੋਈਆਂ ਨੇ, ਇਸੀ ਵਾਸਤੇ ਸਟੂਡੈਂਟਸ ਨਾਲ ਧੱਕੇ ਵੀ ਹੋਏ, ਉਹਨਾਂ ਕੋਲ ਰੀਜ਼ਨ ਬਣੇ, ਜਿਨ੍ਹਾਂ ਨਾਲ ਨਜਾਇਜ਼ ਹੋਈ ਉਹ ਫਿਰ ਕ੍ਰਿਮੀਨਲ ਦੀ ਦਲਦਲ 'ਚ ਧੱਸਦੇ ਗਏ, ਤੇ ਅੱਜ ਕੋਈ ਅਰਮੀਨੀਆ ਬੈਠਾ ਤੇ ਕੋਈ ਕਿਤੇ ਬੈਠਾ। ਯੂ ਵਾਂਟ ਸੀ ਕਿ ਜਿਹੜੇ ਟੌਪ ਦੇ ਜਿਹੜੇ ਗੈਂਗਸਟਰ ਹੈਗੇ ਨੇ, ਤੁਸੀਂ ਕੱਢ ਕੇ ਦੇਖ ਲਓ, ਦੇ ਆਰ ਆਲ ਫਰੋਮ ਸਟੂਡੈਂਟ ਪੋਲਿਟਿਕਸ। ਦਿੱਲੀ ਦੀ ਈਵਨ ਕਾਲਜਿਸ ਦੇ ਵਿੱਚ ਜਿਹੜੇ ਲੜਾਈ ਝਗੜੇ ਹੋਏ, ਸਾਡੇ ਕੋਲ ਜਤਿੰਦਰ ਗੋਗੀ, ਟੀਲੂ ਤਾਜਪੁਰੀਆ ਜਿਹੜੀ ਗੈਂਗ ਵਾਰ ਚੱਲਦੀ ਹੈ, ਇਹਦੇ ਵਿੱਚ ਲੜਾਈ ਕਿੱਥੋਂ ਸ਼ੁਰੂ ਹੁੰਦੀ ਹੈ? ਕਾਲਜ ਦੇ ਝਗੜਿਆਂ ਤੋਂ। ਬਹੁਤ ਸੇ ਜਿਹੇ ਇੰਸਟੈਂਸਿਸ ਸਾਡੇ ਨੇ ਵੀ ਕਾਲਜ, ਪੰਜਾਬ ਦੇ ਵਿੱਚ ਇਲੈਕਸ਼ਨ ਨਹੀਂ ਹੋ ਰਹੇ। ਤੁਸੀਂ ਇਮੈਜਿਨ ਕਰੋ, ਪੰਜਾਬ ਹਰਿਆਣਾ 'ਚ ਇਸ ਵਕਤ ਇਲੈਕਸ਼ਨ ਕਾਲਜਾਂ 'ਚ ਨਹੀਂ ਹੋ ਰਹੇ, ਯੂਨੀਵਰਸਿਟੀਆਂ 'ਚ ਨਹੀਂ ਹੋ ਰਹੇ, ਲੇਕਿਨ ਉੱਥੇ ਵੀ ਪ੍ਰਧਾਨਾਂ ਨੂੰ ਚੌਧਰ ਜਿਹੜੀ ਹੁੰਦੀ ਨਾ ਪ੍ਰਧਾਨ ਲਾਉਣ ਦੀ, ਕਾਲਜ ਦਾ ਪ੍ਰਧਾਨ ਜਾਂ ਕਿਸੇ, ਅਜੇ ਵੀ ਉਹ ਚੀਜ਼ ਕਰੇਜ਼ ਹੈ ਵਿਦਾਊਟ ਇਲੈਕਸ਼ਨਸ। ਵੀ ਮੈਨੂੰ ਕਿਸੇ ਪਰਟੀਕੂਲਰ ਪਾਰਟੀ ਦਾ ਹੀ ਪ੍ਰਧਾਨ ਬਣਾਤਾ, ਉਸ ਨੂੰ ਲੈ ਕੇ ਵੀ ਆਪਸ ਦੇ ਵਿੱਚ ਖਿੱਚੋ ਤਾਣ ਚੱਲਦੀ ਹੈ। ਆਈ ਮੀਨ ਇਟ ਇਜ਼ ਲਿਟਰਲੀ ਕ੍ਰੇਜ਼ੀ। ਸੋ ਕਈ ਵਾਰ ਤਾਂ ਸੋਚਣ ਲਈ ਇਹ ਮਜਬੂਰ ਹੋਣਾ ਪੈਂਦਾ ਕਿ ਇਜ਼ ਇਟ ਅ ਗੁੱਡ ਟ੍ਰੈਂਡ ਔਰ ਇਜ਼ ਇਟ ਅ ਨੈਸੈਸਰੀਲੀ ਅ ਗੁੱਡ ਟ੍ਰੈਂਡ, ਜਾਂ ਇਹਦਾ ਕੀ ਫਾਇਦਾ ਯਾਰ ਬੱਚਿਆਂ ਨੂੰ ਪੜ੍ਹਨ ਲਿਖਣ ਤੋਂ, ਕੀ ਪਿਆ ਹੈ ਪੋਲਿਟਿਕਸ ਦੇ ਵਿੱਚ, ਠੀਕ ਹੈ ਨਾ। ਜਦੋਂ ਪੋਲਿਟਿਕਸ ਕਰਨ ਦਾ ਟਾਈਮ ਆਏਗਾ ਕਰ ਲੈਣਗੇ। ਲੇਕਿਨ ਖੈਰ ਮੈਂ ਤਾਂ ਖੈਰ ਇਸ ਚੀਜ਼ ਦਾ ਹਿਮਾਇਤੀ ਰਿਹਾ ਕਿ ਸਟੂਡੈਂਟ ਪੋਲਿਟਿਕਸ ਇਜ਼ ਅ ਹੈਲਦੀ ਥਿੰਗ, ਇਟ ਸ਼ੁੱਡ ਬੀ ਦੇਅਰ।
ਲੇਕਿਨ ਇੰਟਰਫੇਰੈਂਸ ਜਿਹੜੀ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਜਿਹੜੀ ਸੱਤਾਧਾਰੀ ਧਿਰ ਹੈ ਉਸ ਨੂੰ ਬੰਦ ਕਰਨੀ ਚਾਹੀਦੀ ਹੈ ਬਿਕੋਜ਼ ਨੇਬਰਿੰਗ ਜਿਵੇਂ ਪੰਜਾਬ ਜਾਂ ਹਰਿਆਣਾ ਦੀ ਜਿਹੜੀ ਵੀ ਪੋਲੀਟੀਕਲ ਪਾਰਟੀ ਹੈ ਜਾਂ ਵੀ ਹੁਣ ਚੰਡੀਗੜ੍ਹ ਦੇ ਵਿੱਚ ਜੇ ਬੀਜੇਪੀ ਦਾ ਥੋੜਾ ਜ਼ੋਰ ਜ਼ਿਆਦਾ ਚੱਲਦਾ ਐਡਮਿਨਿਸਟ੍ਰੇਸ਼ਨ ਦੇ ਉੱਤੇ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਫੇਵਰ ਕਰਨੀ ਸ਼ੁਰੂ ਕਰ ਦਿਓ ਆਪਣੇ ਸਟੂਡੈਂਟ ਵਿੰਗਸ ਦੀ। ਸੋ ਉਹਨਾਂ ਨੂੰ ਆਪਣੇ ਜ਼ੋਰ ਦੇ ਉੱਤੇ ਤੁਸੀਂ ਸਟੂਡੈਂਟ ਇਸ਼ੂਜ਼ ਦੇ ਉੱਤੇ ਉਹਨਾਂ ਦੀ ਕਿੰਨੀ ਕੁ ਪਕੜ ਹੈ, ਕਿੰਨੀ ਕੁ ਅਪੀਲ ਹੈ, ਜੇ ਉਸ ਬੇਸ ਉੱਤੇ ਉੱਭਰਦੇ ਨੇ, ਜੇ ਐਨਐਸਯੂਆਈ ਆਪਣੇ ਦਮ ਦੇ ਉੱਤੇ ਅੱਜ ਜਿੱਤ ਕੇ ਆਈ ਹੈ ਤਾਂ ਚੰਗੀ ਗੱਲ ਹੈ। ਲੇਕਿਨ ਜੇ ਕਿਤੇ ਸਰਕਾਰ ਨੇ ਕਿਸੇ ਲੈਵਲ ਦੇ ਉੱਤੇ ਇੰਟਰਫੇਅਰ ਕਰਕੇ ਦਬਾਅ ਪਾ ਕੇ ਹੁਣ ਹੋਇਆ ਇੱਥੇ ਜਿਹੜਾ ਪੰਜਾਬ ਦੇ ਇੱਕ ਐਮਐਲਏ ਗਏ ਉੱਥੇ ਪੰਜਾਬ ਯੂਨੀਵਰਸਿਟੀ, ਉਹਨਾਂ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਜਦੋਂ ਕੈਂਪੇਨ ਕਰਦੇ ਰੋਕਿਆ ਗਿਆ ਤਾਂ ਕਾਫੀ ਰੌਲਾ ਰੱਪਾ ਪਿਆ ਉੱਥੇ ਤੇ ਇਲਜ਼ਾਮ ਇਹ ਲੱਗੇ ਕਿ ਆਮ ਆਦਮੀ ਪਾਰਟੀ ਫੇਰ ਇੰਟਰਵਿਊ ਕਰਨਾ ਚਾਹ ਰਹੀ ਹੈ ਤੇ ਸ਼ਾਇਦ ਕਰਨਾ ਚਾਹ ਵੀ ਰਹੀ ਸੀ ਕਿਉਂਕਿ ਉਹਨਾਂ ਲਈ ਵੀ ਇੱਕ ਸਾਖ ਦਾ ਸਵਾਲ ਹੋ ਜਾਂਦਾ ਹੈ। ਹਾਂਜੀ ਬਿਲਕੁਲ। ਸੋ ਉਹ ਚੀਜ਼ ਆਈ ਥਿੰਕ ਪੋਲੀਟੀਕਲ ਇੰਟਰਫੇਰੈਂਸ ਇਜ਼ ਅ ਰੋਂਗ ਥਿੰਗ ਬਟ ਸਟੂਡੈਂਟ ਪੋਲੀਟਿਕਸ ਇਜ਼ ਅ ਪਲਸ ਆਈ ਥਿੰਕ ਇਟ ਸ਼ੁੱਡ ਬੀ ਦੇਅਰ। ਲੇਕਿਨ ਇਸ ਨੂੰ ਸਮਝਣਾ ਪੈਣਾ ਹੈ। ਸਾਡੀ ਪੋਲੀਟੀਕਲ ਕਲਾਸ ਐਡੀ ਮੈਚੁਰ ਹੈ ਨਹੀਂ ਕਿ ਉਹ ਸਮਝ ਸਕਣ। ਉਹਨਾਂ ਲਈ ਕੋਈ ਵੀ ਇਲੈਕਸ਼ਨ ਆਏ, ਚਾਹੇ ਉਹ ਪੰਚਾਇਤਾਂ ਦੇ ਇਲੈਕਸ਼ਨ ਹੋਣ, ਚਾਹੇ ਉਹ ਨਗਰ ਪਰਿਸ਼ਦਾਂ ਦੇ ਇਲੈਕਸ਼ਨ ਹੋਣ, ਚਾਹੇ ਕਿਤੇ ਵੀ ਕੋਈ ਇਲੈਕਸ਼ਨ ਹੋਣ, ਈਵਨ ਪ੍ਰੈਸ ਕਲੱਬ ਦੇ ਇਲੈਕਸ਼ਨ ਦੇ ਵਿੱਚ ਵੀ ਹੁਣ ਇਹਨਾਂ ਨੂੰ ਹੁੰਦਾ ਵੀ ਅਸੀਂ ਆਪਣੇ ਲੈਵਲ ਦਾ ਜਿਹੜਾ ਸਾਡੀ ਲੌਬੀ ਦਾ ਪੱਤਰਕਾਰ ਹੈ ਅਸੀਂ ਉਹਨੂੰ ਜਿਤਵਾਈਏ, ਹੈ ਨਾ। ਉਹ ਸਾਰੀਆਂ ਫਿਰ ਨੈਗੇਟਿਵ ਚੀਜ਼ਾਂ ਆ ਜਾਂਦੀਆਂ ਨੇ, ਸ਼ਰਾਬਾਂ ਵੰਡੀਆਂ ਜਾ ਰਹੀਆਂ ਨੇ, ਸਭ ਕੁਝ ਹੋ ਰਿਹਾ, ਇਹ ਹੋ ਰਿਹਾ, ਦਿਸ ਥਿੰਗਸ ਆਰ ਹੈਪਨਿੰਗ। ਸੋ ਪੋਲੀਟੀਕਲ ਪਾਰਟੀਆਂ ਜਿੱਥੇ ਆ ਜਾਂਦੀਆਂ ਨੇ ਉਹ ਚੀਜ਼ਾਂ ਨੂੰ ਖਰਾਬ ਕਰ ਦਿੰਦੇ ਨੇ। ਅਦਰਵਾਈਜ਼ ਚੀਜ਼ਾਂ ਬਣੀਆਂ ਤਾਂ ਬੜੀ ਵਧੀਆ ਤਰੀਕੇ ਦੇ ਨਾਲ ਸੀ ਤੇ ਆਪਾਂ ਇੰਨੇ ਡੈਕੇਡਸ ਤੋਂ ਦੇਖਿਆ ਬੜੇ ਚੰਗੇ ਲੀਡਰ ਜਿਹੜੇ ਬਣੇ ਨੇ ਅੱਜ ਦੇਸ਼ ਦੀ ਰਾਜਨੀਤੀ ਦੇ, ਬੜੇ ਵੱਡੇ ਲੀਡਰ। ਈਵਨ ਪੰਜਾਬ ਯੂਨੀਵਰਸਿਟੀ ਦੀ ਪੋਲੀਟਿਕਸ 'ਚੋਂ ਸੁਸ਼ਮਾ ਸਵਰਾਜ ਨਿਕਲਦੀ ਹੈ, ਮਨੀਸ਼ ਤਿਵਾੜੀ ਨਿਕਲਦਾ ਹੈ, ਰਣਦੀਪ ਸੁਰਜੇਵਾਲਾ ਨਿਕਲਦਾ ਹੈ, ਪਵਨ ਕੁਮਾਰ ਬੰਸਲ ਨਿਕਲਦੇ ਨੇ। ਇਹ ਲੋਕ ਦੇ ਹੈਵ ਆਲ ਰੂਡੀ ਜਿਹੜੇ ਮਿਨਿਸਟਰ ਰਹੇ, ਇਹ ਸਾਰੇ ਦੇ ਸਾਰੇ ਪੰਜਾਬ ਯੂਨੀਵਰਸਿਟੀ ਦੀ ਪੋਲੀਟਿਕਸ 'ਚੋਂ ਨਿਕਲਦੇ ਨੇ। ਸੋ ਅਸੈਂਸ਼ੀਅਲੀ ਤਾਂ ਮਤਲਬ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਜਾਂ ਕੋਈ ਵੀ ਯੂਨੀਵਰਸਿਟੀ, ਮੈਂ ਤਾਂ ਕਹਿੰਦਾ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ 'ਚੋਂ ਬੰਦ ਕਿਉਂ ਕਰ ਰੱਖਿਆ, ਵਨ ਸ਼ੁੱਡ ਕੁਐਸਚਨ ਦੈਟ ਆਲਸੋ। ਲੇਕਿਨ ਸਾਨੂੰ ਸਰਕਾਰਾਂ ਪੁੱਛਣਗੀਆਂ ਕਿ ਦੇਖੋ ਪੰਜਾਬ ਯੂਨੀਵਰਸਿਟੀ ਨੇ ਐਂਡਾ ਗਾਹ ਪਾਤਾ ਤੇ ਤੁਸੀਂ ਜੇ ਹੋਰ ਥਾਂ ਤੇ ਇਲੈਕਸ਼ਨ ਖੋਲ ਦਿਓ ਤਾਂ ਉੱਥੇ ਫਿਰ ਕੀ ਹੋਏਗਾ। ਬਟ ਨੋ, ਦੈਟ ਇਜ਼ ਨਾਟ ਦ ਰਾਈਟ ਵੇ ਟੂ ਲੁੱਕ ਐਟ ਦ ਥਿੰਗਸ। ਸਟੂਡੈਂਟਸ ਸਮਝਦਾਰ ਨੇ, ਅੱਜ ਕੱਲ੍ਹ ਦਾ ਸਟੂਡੈਂਟ ਤਾਂ ਹੋਰ ਵੀ ਬਹੁਤ ਬਿਹਤਰ ਹੈਗੇ। ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਗਰੂਮਿੰਗ ਦਾ ਇੱਕ ਬਹੁਤ ਚੰਗਾ ਮੌਕਾ ਹੁੰਦਾ ਹੈ स्टूडेंट बॉडी इलेक्शंस, सो दे शुड बी अलाउड इट विदाउट पॉलिटिकल इंटरफेरेंस। अब जैसे देखिए माजी में भी कोशिश तो हुई है कि जो है जिस तरह से कुछ यूनिवर्सिटीज़ में या कॉलेजेस में इलेक्शंस जैसे असेंबली इलेक्शंस हो रहे हों, बड़े पार्टीज़ का पैसा जाता था, लिंगडो कमेटी रिपोर्ट लाई गई इसी चीज़ को कंट्रोल करने के लिए, बहुत सारे रिकमेंडेशंस इंप्लीमेंट हुए, कुछ नहीं भी हुए, तो उसके बारे में भी बात होती रहती है। मैं आपको एक सवाल यहाँ पे पूछना चाहूँगा कि मैं इसमें कोशिश कर रहा हूँ कि पंजाब पॉलिटिक्स पे, लार्जर जो पॉलिटिक्स पे इसका क्या इम्प्लिकेशन होगा। अभी कुछ ही दिन पहले एक खबर आई थी कि सुखबीर बादल साहब खुद SY का पैनल डिसाइड कर रहे हैं कि कौन लोग इलेक्शन खेलेंगे, और अब जो नतीजे निकल के आए हैं ऐसा कहा जा रहा है क्योंकि ABVP नंबर 3 पे आई है, और पिछले इलेक्शन में सैड बादल का प्रेजेंस और भी घट गया इलेक्टोरली। तो ये कोशिश शायद होगी या फिर ये बात ऑलरेडी हो गई है या शुरू हो गई है कि सैड बादल को फिर से बीजेपी के साथ अलायंस करना चाहिए, अदरवाइज उसका अकेले टिकना बड़ा मुश्किल हो जाएगा। तो क्या आपको लग रहा है कि ऐसे इलेक्शंस के जब नतीजे आते हैं, आप खास करके ये वाला स्पेसिफिक, इसका फिर एक बड़ा फैसला फिर निकल के आएगा इसका कि भाई स्टेट लेवल पे क्या अलायंस? नहीं, मुझे लगता है टोटली देयर इज नो कोरिलेशन। वो तो उनकी अपनी जित कहते अपनी वजूद दी लड़ाई है, वो तो अपने वैसे मरे पे ने। अकाली दल को इस वक्त ऑक्सीजन भी नहीं है, जो मैं कहा इलैक्टोरली तुसीं देख लो किन्ने बुरा हाल है, हिस्टोरिकली लो है ने, इशूज़ है नहीं, ठीक है ना। सुखबीर बादल पंप दे के ही इज ट्राइंग टू मोबिलाइज हिज पार्टी, बट वो गल बन नहीं रही, ठीक है ना। दैट इज़ वाई दे हैव टू रिलाई कि किते बीजेपी दे नाल तालमेल हो जाए, ठीक है ना। सो लेकिन वो है कि जदों उन्हां दा उत्थे तालमेल हुंदा वो तां स्टूडेंट विंग दे उत्ते कोई ज़्यादा असर नहीं पैना, ठीक है ना। ठीक है, थोड़ी जी कुड़त्तन घट जाएगी, कॉन्फ्रंटेशन घटेगी, लेकिन ये तो देखो मैं कहना भी पंजाब यूनिवर्सिटी की बड़ी इनकॉन्सिक्वेंशियल पॉलिटिक्स है जो देखा जाए फ्रॉम द व्यू पॉइंट ऑफ पंजाब एज अ स्टेट। सो तुसी ये कदे भी ना सोचो कि पंजाब यूनिवर्सिटी के कैंपस की पॉलिटिक्स तो कदे कोई होर किस्म का कोई सिग्नल या कोई सिंबल है अखबारां खबरां दे विच दिखाण लई ये देखो जी हम जीत गए इलैक्शन, है ना। वो एक वखरा इशू है, पोलीटिकल लैवल के उत्ते अपने कॉरीडोर्स दे विच जिवें मर्जी दा डंका बजाते फिरी जान, इट इज़ अ मटीरियल। लेकिन ਇਹਦਾ ਕੋਈ ਇੰਪਲੀਕੇਸ਼ਨ ਸਟੇਟ ਲੈਵਲ ਦੀ ਪੋਲਿਟਿਕਸ ਤੇ ਕਦੇ ਨਹੀਂ ਆਏਗਾ, ਦੈਟਸ ਵਨ। ਸੈਕੰਡਲੀ ਬਾਕੀ ਉਹਨਾਂ ਦੇ ਜਿਹੜੇ ਟਾਈ ਅਪਸ ਨੇ ਉਹਨਾਂ ਦੀ ਆਪਣੀ ਮਜਬੂਰੀਆਂ ਨੇ। ਹੁਣ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਉੱਤੇ ਵੱਡਾ ਅਲਾਇੰਸ ਹੋ ਗਿਆ, ਇੰਡੀਆ ਦਾ ਅਲਾਇੰਸ ਹੋ ਗਿਆ ਇੰਡੀਆ। ਹੁਣ ਉਹ ਕਹਿੰਦੇ ਆਪਸ ਇਕੱਠੇ ਰਲਾਂਗੇ, ਹੁਣ ਉੱਥੇ ਥੱਲੇ ਗਾਹ ਪਿਆ ਹੋਇਆ ਹੈ। ਉੱਥੇ ਪੰਜਾਬ ਦੇ ਵਿੱਚ ਕਾਂਗਰਸ
ਦੇ ਫਾਰਮਰ ਮਿਨਿਸਟਰਸ ਉੱਤੇ ਕਰਪਸ਼ਨ ਦੇ ਕੇਸਿਸ ਰਜਿਸਟਰ ਕੀਤੇ ਹੋਏ ਨੇ ਕੇਜਰੀਵਾਲ ਜਾਂ ਭਗਵੰਤ ਮਾਨ ਦੀ ਸਰਕਾਰ ਨੇ। ਹੁਣ ਉੱਥੇ ਕਿੰਨੀ ਵੱਡੀ ਕਨਫਰੰਟੇਸ਼ਨ ਹੈ, ਕਲੈਸ਼ ਹੈ, ਕਨਫਲਿਕਟ ਹੈ। ਤੁਸੀਂ ਉੱਤੇ ਕਹਿਤਾ ਕਿ ਅਸੀਂ ਅਲਾਇੰਸ ਕਰਾਂਗੇ, ਹੁਣ ਥੱਲੇ ਅਲਾਇੰਸ ਕਿੱਥੋਂ ਹੋਏਗਾ? ਤੇ ਫਿਰ ਜਿਹੜੇ ਕਰਪਸ਼ਨ ਕੇਸਿਸ ਰਜਿਸਟਰ ਨੇ ਕੀ ਉਹਨਾਂ ਨੂੰ ਬੰਦ ਕਰ ਦੂੰਗੇ, ਚੈਪਟਰ ਕਲੋਜ਼ ਕਰੋਗੇ? ਸੋ ਥੀਸ ਆਰ ਦਾ ਕੰਟਰਾਡਿਕਸ਼ਨ। ਤੇ ਜੇ ਉੱਤੇ ਅਲਾਇੰਸ ਹੋ ਵੀ ਹੁੰਦਾ ਹੈ ਐਂਡ ਦੇयर ਆਰ ਐਗਜ਼ਾਮਪਲਸ ਕਿ ਤੁਸੀਂ ਜੇ ਨੈਸ਼ਨਲ ਲੈਵਲ ਤੇ ਅਲਾਇੰਸ ਕਰਦੇ ਹੋ, ਜ਼ਰੂਰੀ ਨਹੀਂ ਕਿ ਤੁਹਾਨੂੰ ਸਟੇਟ ਦੇ ਵਿੱਚ ਅਲਾਇੰਸ ਕਰਨਾ ਪਏਗਾ। ਤੇ ਜੇ ਸਟੇਟ ਲੈਵਲ ਦੇ ਉੱਤੇ ਤੁਸੀਂ ਅਲਾਇੰਸ ਚੱਲਦਾ ਪਿਆ, ਜ਼ਰੂਰੀ ਨਹੀਂ ਕਿ ਤੁਹਾਡੇ ਸਟੂਡੈਂਟ ਵਿੰਗ ਵੀ ਇਕੱਠੇ ਹੋਣ ਜਾਂ ਕੋਈ ਵੀ ਵਿੰਗ ਫॉर दैट ਮੈਟਰ ਇਕੱਠਾ ਹੋਵੇ। ਸੋ ਹਰ ਚੀਜ਼ ਦੀ ਆਪਣੀ ਆਪਣੀ ਜਿਹਨੂੰ ਕਹਿੰਦਾ ਆਟੋਨੋਮੀ ਹੋਣੀ ਚਾਹੀਦੀ ਹੈ ਹਰ ਲੈਵਲ ਦੇ ਉੱਤੇ ਵੀ। ਸਟੇਟ ਆਟੋਨੋਮੀ ਸ਼ੁੱਡ ਬੀ ਦੇਅਰ। ਹੁਣ ਅਨਫੋਰਚੂਨੇਟ ਪਾਰਟ ਹੈ ਕਿ ਇਹ ਚੀਜ਼ਾਂ ਹੁੰਦੀਆਂ ਨਹੀਂ ਹੈ। ਨਾ ਤਾਂ ਕੇਜਰੀਵਾਲ ਦੇ ਵਿੱਚ ਉਨੀ ਆਟੋਨੋਮੀ ਦਿੰਦਾ ਹੈ ਡੈਮੋਕ੍ਰੇਸੀ, ਨਾ ਤਾਂ ਉਹਨਾਂ ਕਿਸੇ ਕਿਹੜੀ ਪਾਰਟੀ 'ਚ ਹੈ ਡੈਮੋਕ੍ਰੇਸੀ। ਕਾਂਗਰਸ ਦੇ ਵਿੱਚ ਕੋਈ ਡੈਮੋਕ੍ਰੇਸੀ ਹੈ? ਆਪਣੇ ਲੈਵਲ ਤੇ ਫੈਸਲਾ ਲੈ ਸਕਦਾ ਕਾਂਗਰਸ ਦਾ ਕੋਈ ਲੀਡਰ ਸਟੇਟ ਵਿੱਚ ਬੈਠਾ ਬਿਨਾਂ ਹਾਈ ਕਮਾਂਡ ਦੀ ਮਨਜ਼ੂਰੀ ਦੇ? ਸੇਮ ਫॉर ਆਮ ਆਦਮੀ ਪਾਰਟੀ, ਸੇਮ ਫॉर ਅਕਾਲੀ ਦਲ। ਅਕਾਲੀ ਦਲ ਦੀ ਚਲੋ ਲੀਡਰਸ਼ਿਪ ਲੋਅਰ ਲੈਵਲ ਦੀ ਹੈ, ਬਟ ਤੁਸੀਂ ਇੱਕ ਜਿਹੜਾ ਪੈਟਰੀਆਰਕ ਹੈ ਤੁਹਾਡਾ ਜਾਂ ਜਿਹੜਾ ਕਰਤਾ ਧਰਤਾ ਹੈ ਵਿਚ ਇਜ਼ ਬਾਦਲ ਫੈਮਿਲੀ, ਉਸ ਤੋਂ ਬਗੈਰ ਤੁਸੀਂ ਕੋਈ ਡਿਸੀਜਨ ਨਹੀਂ ਲੈ ਸਕਦੇ। ਠੀਕ ਹੈ ਨਾ? ਤੇ ਸੋ ਆਹ ਚੀਜ਼ਾਂ ਤਾਂ ਖੈਰ ਸਟੂਡੈਂਟ ਪੋਲਿਟਿਕਸ ਦਾ ਆਈ ਥਿੰਕ ਦੇ ਆਰ ਅ ਡਿਫਰੈਂਟ ਟੌਪਿਕ ਆਲ ਟੁਗੇਦਰ। ਲੇਕਿਨ ਫॉर द पर्पस ऑफ दिस डिस्कशन ਮੈਨੂੰ ਲੱਗਦਾ ਵੀ ਮੈਸੇਜ ਆਊਟ ਗੋਇੰਗ ਸ਼ੁੱਡ ਬੀ ਦਿਸ ਦੈਟ ਸਟੂਡੈਂਟ ਪੋਲਿਟਿਕਸ ਇਜ਼ ਅ ਪੋਜ਼ਿਟਿਵ ਐਂਡ ਹੈਲਦੀ ਟ੍ਰੈਂਡ। ਤੇ ਇਸ ਦੇ ਵਿੱਚ ਸਿਆਸੀ ਦਖਲ ਘੱਟ ਤੋਂ ਘੱਟ ਹੋਵੇ ਟੂ ਦ ਐਕਸਟੈਂਟ ਕਿ ਸੱਤਾ ਦਾ ਦਖਲ। ਮੈਂ ਇਹ ਨਹੀਂ ਕਹਿ ਰਿਹਾ ਕਿ ਪੋਲੀਟੀਕਲ ਪਾਰਟੀਆਂ ਦਾ ਦਖਲ ਘੱਟ ਹੋਵੇ। ਪੋਲੀਟੀਕਲ ਪਾਰਟੀਆਂ ਦੇ ਤਾਂ ਵਿੰਗ ਹੈਗੇ ਨੇ, ਉਹਨਾਂ ਨੇ ਨਾ ਵਿੰਗ ਬਣ ਕੇ ABVP NSUI ਦਖਲ ਦੇਣਾ ਸੋ ਵਿਚ ਇਜ਼ देयर ਰਾਈਟ। ਆਪਾਂ ਉਹਨੂੰ ਤਾਂ ਨਹੀਂ ਰੋਕ ਸਕਦੇ ਨਾ ਵੀ ਤੁਸੀਂ ਨਹੀਂ ਬਣਾ ਸਕਦੇ। ਲੇਕਿਨ ਮੈਨੂੰ ਲੱਗਦਾ ਕਿ ਇਟਸ ਗੁੱਡ ਜੇ ਸਟੂਡੈਂਟ ਪੋਲਿਟਿਕਸ ਦੇ ਵਿੱਚ ਨਾਨ ਪੋਲੀਟੀਕਲ ਆਊਟਫਿਟਸ ਜ਼ਿਆਦਾ ਮਜ਼ਬੂਤ ਹੋਣ, ਜਿਵੇਂ ਕਿ SOPUC ਜਾਂ PUSUC। ਠੀਕ ਹੈ ਨਾ? ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨਸ ਨੇ, ਸਟੂਡੈਂਟ ਆਰਗੇਨਾਈਜੇਸ਼ਨਸ ਅੱਗੇ ਆਉਣਾ ਜ਼ਿਆਦਾ ਜ਼ਰੂਰੀ ਹੈ। ਐਫੀਲੀਏਟਿਡ ਟੂ ਦ ਪੋਲੀਟੀਕਲ ਪਾਰਟੀ ਉਹ ਆਰਗੇਨਾਈਜੇਸ਼ਨਸ ਅੱਗੇ ਆ ਜਾਂਦੀਆਂ ਨੇ, ਲੇਕਿਨ ਉਹਨਾਂ ਦੇ ਨਾਲ ਫਿਰ ਉਹਨਾਂ ਦੀ ਕੋਈ ਹੋਂਦ ਬਚਦੀ ਨਹੀਂ, ਬਿਕੋਜ਼ ਲੈ ਦੇ ਕੇ ਉਹ ਲੋਕ ਸਿਰਫ ਇੱਕ ਐਕਸਟੈਂਸ਼ਨ ਹੈਗੇ ਨੇ। ਕੋਈ ABVP BJP ਦੀ ਐਕਸਟੈਂਸ਼ਨ ਹੈ, NSUI ਕਾਂਗਰਸ ਦੀ ਐਕਸਟੈਂਸ਼ਨ ਹੈ। ਸੋ ਇਹ ਤਾਂ ਜਿਵੇਂ ਹੁੰਦਾ ਵੀ ਜੋ ਉਤਲੇ ਲੀਡਰ ਕਹਿ ਰਹੇ ਨੇ ਉਹਨਾਂ ਦੀ ਹਾਂ 'ਚ ਹਾਂ ਮਿਲਾ ਰਹੇ, ਉਹਨਾਂ ਦੇ ਹਿਸਾਬ ਦੇ ਨਾਲ ਆਪਣਾ ਨੈਰੇਟਿਵ ਸੈੱਟ ਕਰ ਰਹੇ। ਥੋੜੀ ਆਪਣੀ ਜਿਹੜੀ ਇੱਕ ਇੰਡੀਵਿਜੁਅਲਿਟੀ ਹੈ ਉਹ ਬੜੀ ਇੰਪੋਰਟੈਂਟ ਹੈ। ਲੀਡਰਸ਼ਿਪ ਜਾਂ ਲੀਡਰਸ ਦੇ ਵਿੱਚ ਆਪਣਾ ਜਿਹੜਾ ਇੱਕ ਕਿਰਦਾਰ ਹੈ ਨਾ ਉਹ ਬੜਾ ਇੰਪੋਰਟੈਂਟ ਹੁੰਦਾ ਹੈ। ਸੋ ਉਸ ਕਿਰਦਾਰ ਨੂੰ ਡਿਵੈਲਪ ਹੋਣ ਦੇਣ ਲਈ ਹੀ ਇਹ ਸਟੂਡੈਂਟ ਪੋਲਿਟਿਕਸ ਇੱਕ ਜ਼ਰੀਆ ਨੇ। ਐਂਡ ਇਫ ਇਟ ਇਜ਼ ਨਾਟ ਅਲਾਉਡ ਜਾਂ ਇੱਥੇ ਵੀ ਤੁਸੀਂ ਉਹੀ ਕੁਝ ਕਰਨਾ ਹੈ ਜੋ ਪੰਚਾਇਤਾਂ ਦੀਆਂ ਇਲੈਕਸ਼ਨਾਂ 'ਚ ਹੋਣਾ ਹੈ ਜਾਂ ਪਰਿਸ਼ਦ ਦੀਆਂ ਲੋਕਲ ਬੋਡੀਜ਼ ਇਲੈਕਸ਼ਨ 'ਚ ਹੋਣਾ ਹੈ, ਫਿਰ ਉਹ ਮਤਲਬ ਤੁਹਾਡਾ ਇੰਡੀਵਿਜੂਅਲ ਪਰਸਨੈਲਿਟੀ ਕਿਵੇਂ ਨਿਖਰੇਗੀ। ਬਟ ਨੈਵਰਦਲੈਸ ਇਟਸ ਅ ਪੋਜ਼ਿਟਿਵ ਸਾਈਨ। ਵਨ ਸ਼ੁੱਡ ਆਲਵੇਜ਼ ਕੁਐਸਚਨ ਕਿ ਪੰਜਾਬ ਤੇ ਹਰਿਆਣਾ 'ਚ ਕਿਉਂ ਇਲੈਕਸ਼ਨਸ ਨਹੀਂ, ਤੇ ਜੇ ਇਲੈਕਸ਼ਨਸ ਉਹਨਾਂ ਸਟੇਟਸ ਵਿੱਚ ਨਹੀਂ ਤਾਂ ਉਹਨਾਂ ਦੀ ਪਾਰਟੀਆਂ ਆ ਕੇ ਪੰਜਾਬ ਦੇ ਯੂਨੀਵਰਸਿਟੀ ਦੇ ਕੈਂਪਸ 'ਚ ਕਿਉਂ ਇੰਟਰਫੇਅਰ ਕਰਦੀਆਂ ਨੇ? ਵਾਈ ਆਰ ਦੇ ਇੰਟਰਸਟਿਡ ਇਨ ਅ Chandigarh based Punjab University campus when they don't have themselves allowed elections in their own universities and colleges? That's the question ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੈ। This despite the fact that they have had their manifestos ਤੇ ਇਹਨਾਂ ਨੇ ਕਿਹਾ ਹੈ ਅਸੀਂ ਇਲੈਕਸ਼ਨ ਕਰਾਵਾਂਗੇ, but still for the last over 30 years there are no elections in Punjab or in Haryana universities. We should directly appoint their student representatives. Why is this happening? Are still they so unsure? ਜਦੋਂ ਕਹਿੰਦੇ ਵੀ 3 ਦਹਾਕੇ ਹੋ ਚੁੱਕੇ ਜਾਂ 2 ਦਹਾਕੇ ਹੋ ਚੁੱਕੇ, 2 decades have passed, ਜਾਂ 3 decades, after the militancy subsided in the state, still what is the reason they don't want to have the elections, right? ਹਜੇ ਵੀ ਡਰਦੇ ਨੇ। still under that awe. And maybe ਇਹਦੇ ਪਿੱਛੇ ਇੱਕ reason ਹੈ, they don't want youngsters and students to ਕਿਉਂਕਿ ਪਰਿਵਾਰਵਾਦ ਹੈ ਨਾ ਸਭ ਕੁਝ। ਫੈਮਿਲੀਜ਼ ਦੇ ਵਿੱਚ ਵੀ ਤਾਂ ਕਲਚਰ ਚੱਲਦਾ ਪਿਆ ਨਾ, ਆਪਣੇ ਫੇਵਰਿਟਿਜ਼ਮ ਹੈ ਸਾਰਾ। ਸੋ ਸਟੂਡੈਂਟ ਜਦੋਂ ਆਪਣੇ ਲੈਵਲ ਤੇ ਖੜਾ ਹੁੰਦਾ ਉਹ ਤਾਂ ਕੋਈ ਵੀ ਖੜਾ ਹੋ ਜਾਏਗਾ, ਜਿਹਦੇ 'ਚ ਦਮ ਹੈ, ਜਿਹਦੇ 'ਚ ਲੀਡਰਸ਼ਿਪ ਹੈ, ਖੜਾ ਹੋ ਜਾਏਗਾ। ਤੁਸੀਂ ਉਹਦੇ 'ਚ ਉਹਨੂੰ ਤੁਸੀਂ ਕਹਿੰਦੇ ਨਾ ਲੀਡਰ ਨੂੰ ਤੁਸੀਂ ਲੈਗੇਸੀ 'ਚੋਂ ਧੱਕੇ ਨਾਲ ਨਹੀਂ ਕ੍ਰੀਏਟ ਕਰ ਸਕਦੇ। मैं वही देख रहा था, बंदा तो बड़ा लायक लगता है, कम से कम पढ़ाई के हवाले से अगर हम बात करें। PhD कर रहे हैं केमिकल इंजीनियरिंग में शायद जतेंद्र सिंह, तो शायद कुछ अच्छे लोग भी निकल के आ रहे हैं। हालांकि ज़्यादा मेरी मानना यूनिवर्सिटी च इलेक्शन च ਉਹੀ ਆਏਗਾ ਜਿਹੜਾ ਪੜ੍ਹਿਆ ਲਿਖਿਆ ਹੋਏਗਾ, ਜਿਹੜਾ ਪੋਸਟ ਗ੍ਰੈਜੂਏਟ ਕਰ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦਾ ਪੋਸਟ ਗ੍ਰੈਜੂਏਟ ਕੋਰਸਿਸ ਨੇ ਜ਼ਿਆਦਾਤਰ, ਸੋ ਐਵਰੀਬਡੀ ਵਿਲ ਬੀ ਐਟਲੀਸਟ ਅ ਗ੍ਰੈਜੂਏਟ ਐਂਡ ਦੈਨ ਅ ਪੋਸਟ ਗ੍ਰੈਜੂਏਟ। ਸੋ ਉਹ ਤਾਂ ਉਹੀ ਹੋਣਗੇ, ਲੇਕਿਨ ਅਨਫੋਰਚੂਨੇਟਲੀ ਇਹ ਲੋਕ ਵੀ ਫਿਰ ਉਹਨਾਂ ਦੇ ਹੇਠਾਂ ਹੀ ਕੰਮ ਕਰਦੇ ਨੇ, ਜਿਹੜਾ ਫਿਰ ਉਹ दूसरी डिबेट शुरू हो जाएगी, है ना? तो पढ़े लिखे साइकिल वो चलता रहता है। मेरा आखिरी सवाल, एक लाइट सवाल, कि क्या पंजाबी में कोई ऐसी मूवी आई है जिसमें स्टूडेंट पॉलिटिक्स का जो है सिचुएशन है वो दिखाया गया है, जो आप रेकमेंड करना चाहेंगे हमारे दर्शकों के लिए,
कोई ऐसी मूवी जो आपके जहन में ਨਹੀਂ हो? ਮੂਵੀਜ਼ ਤਾਂ ਬਹੁਤ ਆਈਆਂ ਨੇ ਇਨਫੈਕਟ ਪੰਜਾਬ ਦੀਆਂ ਜਿਹੜੀਆਂ ਵੀ ਲੇਟੈਸਟ ਦੌਰ ਦੇ ਵਿੱਚ ਫਿਲਮਾਂ ਆਈਆਂ ਨੇ ਉਹਨਾਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਬੈਕਗਰਾਉਂਡ ਟੱਚ ਕੀਤਾ ਗਿਆ ਹੈ ਜਿਹੜਾ ਸਟੂਡੈਂਟ ਪੋਲਿਟਿਕਸ ਦਾ, ਠੀਕ ਹੈ ਨਾ। ਹੁਣ ਮੈਂ ਐਗਜ਼ੈਕਟਲੀ ਨਾਂ ਤਾਂ ਨਹੀਂ ਲੈ ਪਾਵਾਂਗਾ, ਲੇਕਿਨ ਮੈਂ ਕਈ ਪੰਜਾਬੀ ਫਿਲਮਾਂ ਦੇ ਵਿੱਚ ਦੇਖਿਆ, ਨਾਟ ਦੈਟ ਕਿ ਟੋਟਲੀ ਇਲੈਕਸ਼ਨ ਬੇਸ ਉੱਤੇ। ਫੋਰ ਇੰਸਟੈਂਸ ਜਿਵੇਂ ਜੋੜਾ ਵਰਗੀਆਂ ਫਿਲਮਾਂ ਰਹੀਆਂ, ਇੱਕ ਦੋ ਹੋਰ ਫਿਲਮਾਂ ਆਈਆਂ ਨੇ, ਉਹਨਾਂ ਦੇ ਵਿੱਚ ਬੈਕਡ੍ਰੌਪ ਇਹੀ ਦਿੱਤਾ ਗਿਆ ਸਟੂਡੈਂਟ ਇਲੈਕਸ਼ਨਸ ਜਾਂ ਆਪਸ ਦੇ ਵਿੱਚ ਜਿਹੜਾ ਖਿੱਚੋਤਾਣ ਸਟੂਡੈਂਟ ਬੋਡੀ ਦੀ ਤੇ ਉਹ ਰਹੀਆਂ ਨੇ। ਈਵਨ ਸਾਡੇ ਤਾਂ ਟ੍ਰੈਡੀਸ਼ਨਲੀ ਵੀ ਹਿੰਦੀ ਸੀਰੀਅਲਸ ਦੇ ਵਿੱਚ ਵੀ ਬਹੁਤ ਚੱਲਦਾ ਰਿਹਾ, ਪੰਜਾਬੀ ਦੇ ਵਿੱਚ ਵੀ ਇਹੋ ਜਿਹੀ ਫਿਲਮਾਂ ਆਈਆਂ ਨੇ, ਬਟ ਨਾਟ ਦੈਟ ਜਿਨ੍ਹਾਂ ਨੇ ਸਟੂਡੈਂਟ ਬੋਡੀ ਇਲੈਕਸ਼ਨਸ ਨੂੰ ਜਿਵੇਂ ਨਾ ਸੈਂਟਰਲੀ ਟਾਰਗੇਟ ਕਰਕੇ ਕਿਹਾ ਕਿ ਨਹੀਂ ਇਹ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਸਮਥਿੰਗ ਵਿਚ ਇਜ਼ ਕੁਇੰਟੈਸੈਂਸ਼ੀਅਲੀ ਅਬਾਊਟ ਦ ਸਟੂਡੈਂਟ ਬੋਡੀ ਇਲੈਕਸ਼ਨਸ, ਠੀਕ ਹੈ। ਬੈਕਗਰਾਉਂਡ ਹੁੰਦਾ, ਥੀਮ ਕੁਝ ਹੋਰ ਹੁੰਦਾ, ਲੜਾਈ ਝਗੜੇ ਮਾਰ ਕੁਟਾਈ। ਉਹ ਲੜਾਈ ਝਗੜੇ ਮਾਰ ਕੁਟਾਈ ਦਾ ਥੀਮ ਦੇਣ ਲਈ ਤੁਹਾਨੂੰ ਫਿਰ ਕਾਲਜਿਸ ਤੇ ਆਉਣਾ ਪੈਂਦਾ ਹੈ, ਕਿਉਂਕਿ ਇਹ ਪਰਸੈਪਸ਼ਨ ਹੈ ਵੀ ਤੁਸੀਂ ਕਾਲਜਿਸ ਤੇ ਯੂਨੀਵਰਸਿਟੀ ਦੇ ਇਲੈਕਸ਼ਨਾਂ ਦੇ ਤੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਨੇ, ਝਗੜੇ ਸ਼ੁਰੂ ਹੁੰਦੇ ਨੇ, ਵੱਧਦੇ ਨੇ, ਫਿਰ ਦੈਨ ਦੇਰ ਆਰ ਫਰਦਰ ਫੌਜਦਾਰੀ ਦੇ ਮੁਕੱਦਮੇ, ਪਰਚੇ, ਐਂਡ ਇਹ ਫੈਕਟ ਵੀ ਹੈ, ਇਹ ਚੀਜ਼ਾਂ ਹੋਈਆਂ ਵੀ ਹੈਗੀਆਂ ਨੇ। So because we have not been able to maturely handle all the situation, so ਫਿਲਮਾਂ ਹੈਗੀਆਂ ਨੇ। I think ਜੋੜਾ ਫਿਲਮ ਦਾ ਵੀ ਇਹੀ ਬੇਸ ਰਿਹਾ ਹੈ, ਉਹਦੇ ਕਈ ਪਾਰਟਸ ਆਏ ਹੈਗੇ ਨੇ। ਇੱਕ ਫਿਲਮ ਸੀ ਰੁਪਿੰਦਰ ਗਾਂਧੀ, ਜਿਹੜਾ ਪੰਜਾਬ ਦਾ ਇੱਕ ਗੈਂਗਸਟਰ ਆ। ਹੁਣ ਰੁਪਿੰਦਰ ਗਾਂਧੀ ਪੰਜਾਬ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ, ਹੀ ਵਾਜ਼ ਅ ਸਟੂਡੈਂਟ ਲੀਡਰ, ਅੱਛਾ, ਰਾਈਟ। ਰੁਪਿੰਦਰ ਗਾਂਧੀ, ਉਹਦੇ ਉੱਤੇ ਫਿਲਮ ਬਣੀ ਆ, ਇੱਕ ਨਹੀਂ ਦੋ ਫਿਲਮਾਂ, ਆਈ ਥਿੰਕ 2 ਦੇ ਸੀਕੁਅਲ ਬਣ ਚੁੱਕੇ ਨੇ। ਸੋ ਉਹਦਾ ਪੂਰਾ ਦਾ ਪੂਰਾ ਬੈਕਗਰਾਉਂਡ ਹੀ, ਬਿਕੋਜ਼ ਇੱਕ ਅਜਿਹੇ ਕਿਰਦਾਰ ਚੋਂ ਨਿਕਲੀ ਹੋਈ ਸਟੋਰੀ ਵਿਚ ਵਾਜ਼ ਅ ਸਟੂਡੈਂਟ ਲੀਡਰ ਐਂਡ ਹੀ turned into a gangster. He was termed as a gangster and then he was killed also at a certain time. So ਉਹਦੀ ਫਿਲਮਾਂ ਬੜੀਆਂ ਕਾਮਯਾਬ ਹੋਈਆਂ। ਸੋ ਉਹਦਾ ਬੇਸ ਜਿਹੜਾ ਸੀ ਉਹ ਸਟੂਡੈਂਟ ਪੋਲਿਟਿਕਸ ਰਿਹਾ। ਹੋਰ ਵੀ ਬਹੁਤ ਅਜਿਹੀਆਂ ਫਿਲਮਾਂ ਨੇ ਜੋ ਕਿ ਇਸ ਥੀਮ ਦੇ ਉੱਤੇ ਕਹਿ ਲਓ ਜਾਂ ਇਸ ਬੈਕਡ੍ਰੌਪ ਦੇ ਨਾਲ ਲਿੰਕਡ ਰਹੀਆਂ ਨੇ, ਬਟ ਉਹ ਐਸੈਂਸ਼ੀਅਲੀ शायद ऑर्गेनाइज क्राइम या गैंगस्टਰਾਂ ਦੇ ਉੱਤੇ ਫਿਲਮਾਂ ਨੇ विद दिस बेस एंड बैकग्राउंड। मुझे भी जब 90s के बॉलीवुड मूवीज याद आते हैं, वो गुंडा जो होता है वो यूनियन लीडर होता है कॉलेज का, जिसका नाम हमेशा विक्की होता है। मुझे भी ऐसे याद आ रहा है, तो इसीलिए मैं खुद क्यूरियस था कि पंजाबी में कोई ऐसी मूवी है क्या जिसको देख के हम समझ सके थोड़ा सा। ਰੁਪਿੰਦਰ ਗਾਂਧੀ ਉੱਤੇ ਜਿਹੜੇ 2 ਸੀਕੁਅਲ ਨੇ, ਰੁਪਿੰਦਰ ਗਾਂਧੀ ਵਾਜ਼ ਅ ਯੂਥ ਲੀਡਰ, ਉਹਦੀ ਆਪਣਾ ਇੱਕ ਗਾਂਧੀ ਗਰੁੱਪ ਵੀ ਸੀ, ਠੀਕ ਹੈ ਨਾ, ਤੇ ਉਹ ਪੰਜਾਬ ਯੂਨੀਵਰਸਿਟੀ ਦਾ ਹੀ ਸੀਗਾ ਐਂਡ ਹੀ ਬਿਲੋਂਗ ਟੂ ਪੰਜਾਬ ਯੂਨੀਵਰਸਿਟੀ। ਬਾਕੀ ਹਜੇ ਆਈ ਡੋਂਟ ਨੋ ਉਹ ਫਿਲਮਾਂ ਬਣਨਗੀਆਂ ਨਹੀਂ ਬਣਨਗੀਆਂ, ਲੇਕਿਨ ਜੇ ਕੋਈ ਫਿਲਮ ਬਣਦੀ ਹੈ ਫਿਊਚਰ ਦੇ ਵਿੱਚ ਲਾਰੈਂਸ ਬਿਸ਼ਨੋਈ ਉੱਤੇ, ਤਾਂ ਉਹਦੇ ਵਿੱਚ ਮੈਨੂੰ ਲੱਗਦਾ ਪੂਰਾ ਦਾ ਪੂਰਾ ਥੀਮ, ਕਿਉਂਕਿ ਇਹ ਲਾਰੈਂਸ ਬਿਸ਼ਨੋਈ ਦਾ ਡੀਏਵੀ ਕਾਲਜ ਦਾ ਸਟੂਡੈਂਟ ਲੀਡਰ ਹੀ ਰਿਹਾ ਹੈ ਨਾ, ਇਹਦੇ ਨਾਲ ਦੇ ਜਿਹੜੇ ਹੈਗੇ ਨੇ ਉਹ ਵੀ स्टूडेंट लीडर रहे। सो लेट्स सी। आज की चर्चा में जुड़ने के लिए बहुत शुक्रिया आपका रितेश जी। आप सबका भी बहुत शुक्रिया हमारे साथ जुड़ने के लिए। अगर आपको हमारा प्रोग्राम पसंद आया है तो ज़रूर हमें सब्सक्राइब कीजिए और लाइक बटन को दबाइए।